ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਜੀ ਕੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਸਾਧ ਸੰਗਤ ਜੀ, ਇਹ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਜੋ ਹਰੀ ਰਸ ਗਾਣ ਦੀ ਸੁਣਨ ਦੀ ਜੋ ਕੋਸ਼ਿਸ਼ ਹੋ ਰਹੀ ਹੈਗੀ ਹੈ, ਸੰਗਤਾਂ ਰਾਹੀਂ ਸਾਰੇ ਮਿਲ ਕੇ ਉਸ ਖਜ਼ਾਨੇ ਵਿੱਚੋਂ ਕੋਸ਼ਿਸ਼ ਕਰ ਰਹੇ ਹਨ ਕੁਛ ਨਾ ਕੁਛ ਕੱਢ ਕੇ ਆਪਣੇ ਹਿਰਦੇ 'ਚ ਵਸਾ ਪਾਈਏ। ਉਸ ਕੜੀ ਵਿੱਚ ਮੈਂ ਕਹਾਂਗਾ ਕਿ ਸਾਡੇ ਕੋਲ ਮਾਨਯੋਗ ਸਾਡੇ ਵੀਰ ਮਨਜੀਤ ਸਿੰਘ ਜੀ ਜਾਲੀ, ਜਿਹੜੇ ਕਿ ਇਹ ਵੀ ਸਾਡੀ ਕੋਈ ਖੁਸ਼ਕਿਸਮਤੀ ਹੈਗੀ ਹੈ ਕਿ ਇਹ ਪਿਛਲੇ 30 ਸਾਲ ਤੋਂ ਅਮਰੀਕਾ ਵਿੱਚ ਹੀ ਹੈਗੇ, ਹੌਟਸਨ ਵਿੱਚ ਹੈਗੇ, ਐਂਡ ਹੀ ਇਜ਼ ਏ engineer, mechanical engineer, or plus project director at various places and US citizen। लेकिन बड़े ही एक उत्साह ਦੇ ਨਾਲ ਹੁਣ ਉਹ ਕਾਫੀ ਦੇਰ ਤੋਂ ਕੁਝ ਪਿੱਛੋਂ ਬੜੇ ਤੋਂ हैदराबाद ਆਏ ਪਏ ਹਨ ਇੱਕ ਮਿਸ਼ਨ ਦੇ ਨਾਲ ਕਿ ਗੁਰੂ ਨਾਨਕ ਦੇ ਇਸ ਖਜ਼ਾਨੇ ਨੂੰ ਸਮਝਿਆ ਜਾਏ ਔਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਸ਼ਿਸ਼ ਕਰਕੇ ਸਮਝ ਕੇ ਆਪਣੀ ਤੁੱਛ ਬੁੱਧੀ ਦੇ ਨਾਲ ਜਿੰਨੀ ਕੋਸ਼ਿਸ਼ ਹੋ ਸਕੇ ਉਹਨੂੰ ਇੰਗਲਿਸ਼ ਦੇ ਵਿੱਚ ਟ੍ਰਾਂਸਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਤੇ ਮੈਂ ਉਹਨਾਂ ਦਾ ਵੈਲਕਮ ਕਰਨਾ ਹੈ ਔਰ ਉਹਨਾਂ ਦਾ ਇਹ ਉਤਸ਼ਾਹ, ਉਹਨਾਂ ਦੀ ਉਹ ਹਿੰਮਤ ਜਿਹਦੇ ਨਾਲ ਕਿ ਉਹ ਇਤਨਾ ਅੰਦਰੋਂ ਕਿ ਸਾਡੇ ਨਾਲ ਅੱਗੇ ਸਾਂਝ ਕਰਨਗੇ। ਵਾਹਿਗੁਰੂ ਮਿਹਰ ਕਰੇ, ਉਹਨਾਂ ਨੂੰ ਹਿੰਮਤ ਬਖਸ਼ੇ ਔਰ ਉਹਨਾਂ ਨੂੰ ਉਹ ਗੁਰੂ ਦੀ ਵਿਜ਼ਡਮ ਵੀ ਮਿਲੇ ਤਾਂ ਕਿ ਉਹ ਜਿਤਨਾ ਗੁਰੂ ਦੀ ਉਸ ਵਿਚਾਰਧਾਰਾ ਦੇ ਮੁਤਾਬਕ ਗੁਰੂ ਨਾਨਕ ਨੂੰ ਪ੍ਰਕਾਸ਼ਮਾਨ ਕਰਨ ਗੁਰੂ ਗ੍ਰੰਥ ਸਾਹਿਬ ਦੀ ਅੰਗਰੇਜ਼ੀ ਦੇ ਵਿੱਚ ਉਹਦਾ ਅਨੁਵਾਦ ਕਰਕੇ। ਮੈਂ ਵੈਲਕਮ ਕਰਨਾ ਅੱਜ ਮਨਜੀਤ ਜੀ, ਤੁਸੀਂ ਸਾਡੇ ਨਾਲ ਇੱਕ ਬੇਸਿਕਸ ਜਿਹੜੀਆਂ ਹੈਗੀਆਂ ਉਹ ਸਾਡੇ ਨਾਲ ਸਾਂਝ ਕਰ ਰਹੇ ਹੋ, ਜਿਹੜੀ ਕਿ ਅਸੀਂ ਕਹਾਂਗੇ ਕਿ ਬਿਨਾਂ ਉਹਦੇ ਕੁਝ ਵੀ ਆਦਮੀ ਨੂੰ ਸਮਝ ਨਹੀਂ ਆ ਸਕਦਾ। ਪਰਹੈਪਸ ਮੇਰੇ ਵਰਗੇ ਅਣਜਾਣ ਆਦਮੀ ਜਿਸ ਵੇਲੇ ਕਹਿੰਦੇ ਹਨ ਬਈ A ਫॉर ਐਪਲ, B ਫॉर ਬॉय, C ਫॉर ਕੈਟ, ਉਸ ਕਰਦਿਆਂ ਮੈਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ A ਫॉर ਐਪਲ, ਮੈਂ ਐਪਲ ਤੇ ਫਸ ਜਾਣਾ ਲੇਕਿਨ ਮੈਂ A ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨਾ ਕਿ ਮੇਰਾ A ਉੱਥੇ ਹੀ ਰਹਿ ਜਾਂਦਾ ਹੈ, B ਉੱਥੇ ਹੀ ਰਹਿ ਜਾਂਦਾ ਹੈ ਤੇ ਮੈਂ ਐਪਲ, ਕੈਟ, ਬੈਟ ਨੂੰ ਲੈ ਕੇ ਮੈਂ ਸਮਝਣਾ ਕਿ ਸ਼ਾਇਦ ਉਹੀ ਮੇਰਾ ਗਿਆਨ ਹੈ ਤੇ ਮੈਂ ਅੱਗੇ ਕਦੀ ਨਾ ਤੇ A ਦੇ ਨਾਲ ਅੱਗੇ ਵਰਡ ਬਣਾਇਆ, ਨਾ ਮੈਂ ਸੈਂਟੈਂਸ ਬਣਾਇਆ, ਨਾ ਮੈਂ ਅੱਗੇ ਖੋਜਿਆ ਤੇ ਮੈਂ ਉੱਥੇ ਹੀ ਫਸ ਗਿਆ ਦਰਿਆ ਦੇ ਕੰਢੇ। ਮੈਂ ਉਹ ਜਿਸ ਤਰ੍ਹਾਂ ਕਹਿੰਦੇ ਹਨ ਬਈ ਕਾਂਖੋਂ ਹੰਸ ਕਰੇ ਵਾਲੀ ਗੱਲ ਸੀ, ਮੈਂ ਤੇ ਬਗਲਾ ਹੀ ਰਹਿ ਗਿਆ ਤੇ ਉਹ ਬਗਲੇ ਹੀ ਰਹਿ ਗਏ ਅਸੀਂ ਔਰ 72 ਸਾਲ ਦੀ ਉਮਰ ਤੱਕ ਬਗਲੇ ਹੀ ਹੈਗੇ ਆ। ਇਹ ਵਾਹਿਗੁਰੂ ਸਾਨੂੰ ਉਹ ਵਿਜ਼ਡਮ ਦੇ ਦੇ ਤਾਂ ਕਿ ਅਸੀਂ ਵੀ ਉਸ ਇਸ ਭਾਵ ਸਾਗਰ ਵਿੱਚ ਕਾਂਖੋ ਹੰਸ ਕਰੇ ਉਹਦੇ ਉੱਪਰ ਚੱਲ ਕੇ ਅਸੀਂ ਅੱਜ ਇਹ ਬੇਸਿਕ ਚੀਜ਼ਾਂ ਜਿਹੜੀਆਂ ਕਿ ਬਹੁਤ ਹੀ ਜ਼ਰੂਰੀ ਹਨ ਗੁਰਬਾਣੀ ਨੂੰ ਸਮਝਣ ਵਾਸਤੇ ਤਾਂ ਕਿ ਅਸੀਂ ਕਿਸੇ ਕੁਰਾਏ ਤਰੀਕੇ ਨਾਲ ਦੂਜੇ ਤਰੀਕੇ ਨਾਲ ਉਹਨੂੰ ਸਮਝ ਨਾ ਜਾਈਏ, ਉਹਦੇ ਵਿੱਚ ਤੁਸੀਂ ਸਾਨੂੰ ਉਸ ਦੇ ਵਿੱਚ ਡੁਬਕੀ ਮਾਰ ਕੇ ਸਾਨੂੰ ਬੇਸਿਕਸ ਨਾਲ ਸਮਝਾ ਕੇ ਲੈ ਨਾਲ ਉਸ ਦੇ ਵਿੱਚ ਜਾ ਕੇ ਸਾਨੂੰ ਅੱਜ ਇਸ ਕਲਾਸ ਦੇ ਵਿੱਚ ਸਾਂਝ ਕਰੋ ਔਰ ਅਸੀਂ ਆਪਸ ਵਿੱਚ ਰਲ ਮਿਲ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਓਵਰ ਟੂ ਯੂ ਮਨਜੀਤ ਸਿੰਘ ਜੀ ਜਾਲੀ ਸਾਹਿਬ ਫਰੋਮ ਹੈਦਰਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਬਹੁਤ ਮਿਹਰਬਾਨੀ ਤੁਹਾਡੀ, ਮੈਨੂੰ ਸਾਰਿਆਂ ਦੀ ਸ਼ੁਭ ਕਾਮਨਾਵਾਂ ਔਰ ਅਸੀਸਾਂ ਦੀ ਸੱਚੀ ਮੁੱਚੀ ਬਹੁਤ ਲੋੜ ਹੈ ਕਿਉਂਕਿ ਉਹਦੇ ਬਗੈਰ ਕੰਮ ਪੂਰਾ ਹੋਣਾ ਨਹੀਂ। ਮਹਾਰਾਜ ਕਿਰਪਾ ਕਰਨ, ਜਿਹੜਾ ਰਸਤਾ ਮਹਾਰਾਜ ਨੇ ਵਿਖਾਇਆ ਉਹਦੇ ਤੇ ਠੀਕ ਤਰ੍ਹਾਂ ਚੱਲ ਸਕੀਏ। ਮੈਂ ਗੁਰਬਾਣੀ ਗ੍ਰਾਮਰ ਸ਼ੁਰੂ ਕਰਨ ਤੋਂ ਪਹਿਲੇ ਦੋ ਵਿਚਾਰ ਆਪਣੇ ਪਾਰਟਿਸਿਪੈਂਟਸ ਨਾਲ ਸ਼ੇਅਰ ਕਰਨਾ ਚਾਹਨਾ। ਇੱਕ ਤਾਂ ਕਬੀਰ ਸਾਹਿਬ ਦਾ ਸ਼ਲੋਕ ਹੈ 77 ਨੰਬਰ 1368 ਅੰਕ ਤੇ। ਕਬੀਰ ਸਾਹਿਬ ਕਹਿੰਦੇ ਆ, ਕਬੀਰ ਪਾਰਸ ਚੰਦਨੈ ਤਿਨ ਹੈ ਏਕ ਸੁਗੰਧ, ਤਹ ਮਿਲ ਤੇਉ ਉਤਮ ਭੈ ਲੋਹ ਕਾਠ ਨਿਰਗੰਧ। ਹੁਣ ਇਸ ਸ਼ਲੋਕ ਵਿੱਚ ਸੁਗੰਧ ਦਾ ਅਰਥ ਹੈ ਗੁਣ ਔਰ ਨਿਰਗੰਧ ਦਾ ਅਰਥ ਹੈ ਵੀ ਉਹ ਗੁਣ ਜਿਹੜੇ ਪਾਰਸ ਵਿੱਚ ਔਰ ਚੰਦਨ ਵਿੱਚ ਹੈ, ਉਹ ਲੋਹੇ ਔਰ ਲੱਕੜ ਵਿੱਚ ਨਹੀਂ ਹੈਗੇ। ਇਸ ਸ਼ਲੋਕ ਦਾ ਮਤਲਬ ਇਹ ਹੈ ਕਿ ਕਬੀਰ ਪਾਰਸ ਚੰਦਨ ਹੈ, ਪਾਰਸ ਔਰ ਚੰਦਨ ਵਿੱਚ ਤਿੰਨ ਹੈ ਏਕ ਸੁਗੰਧ, ਉਹਨਾਂ ਵਿੱਚ ਇਹ ਗੁਣ ਹੈ ਕਿ ਤਹ ਮਿਲ, ਜਿਹੜੀ ਚੀਜ਼ ਉਹਨਾਂ ਨੂੰ ਮਿਲਦੀ ਹੈ
तेऊ उत्तम है, वो उत्तम हो जाती है जिवें लोहा पारस नूं छू के सोना बन जाता है ते लकड़ चंदन दे नाल लै के चंदन की खुशबू लै लैंदी है। हाँ, बांस चंदन की खुशबू नहीं लै सकता क्योंकि अंदरों हालो हुंदा, खोखला हुंदा मेरे वर्गा। पर दूसरियां जड़ियां चीज़ां घास पलूस जड़े भी हैगे हैं, बनस्पत जड़ी भी चंदन के नेड़े हुंदी है, वो चंदन की खुशबू लै लैंदी है। ये गल मैं तुहानू इस वास्ते कही है कि पिछले हफ्ते गुरजीत सिंह जी ने कहा सी कि बाणी अपना पारस गुण वरतदी रहिंदी है, भावें बंदे नू ग्रामर की नॉलेज होए जां ना होए। और मैं उन्हां नाल बिल्कुल सहमत हाँ कि बाणी ने चंदन की खुशबू दई जानी है। बाणी पारस है, बाणी ने लोहियों सोना करी जाना है। ते जे नॉलेज गुरबाणी ग्रामर की आ जाएगी तो उहदे वास्ते मैं तुहानू एक दूजी एग्जाम्पल दिना कि बंदा डॉक्टर कोल जांदा है, कहंदा जी मैनू दर्द है, डॉक्टर दवाई दे दिंदा है। डॉक्टर उहनू नाल कुछ नियम दसदा, कहंदा भी यह दवाई दही नहीं खाना या शराब नहीं पीनी या खाने तो आधा घंटा पहले खाएं या बाद च खाएं, इस तरह के कुछ नियम उस बंदे नूं दिंदा है दवाई दे नाल। बंदा दवाई ते खा लैंदा पर नियम कोई नहीं करता। दवाई का असर फिर भी है पर असर जिन्ना होना सी उन्ना नहीं होया। पर यह नहीं होया कि दवाई का असर बिल्कुल भी नहीं होया। सो असी वही विचार करने है कि जे असी गुरबाणी ग्रामर के नियम सीख लईए ते दवाई दे नाल नाल परहेज चंगा होएगा, नियम चंगे फॉलो होणगे, असर दुगना होएगा। उस चीज़ की मैं आज तुहाडे नाल थोड़ी जी सांझ करांगा कि नियमां दी लोड़ क्यों है। जदों तक मैनू नियम नहीं सी पता ना, मैं भी ये सोचता सी कि पता ही नहीं सी भी ग्रामर कोई चीज़ है भी कि नहीं। जदों 2 साल पहले तो शुरू होया काम मेरा ग्रामर का, मैनू कोई ग्रामर की नॉलेज ज़्यादा नहीं हैगी। मैं खुद आई एम ट्राइंग टू स्विम but whatever little I have gained I will share with you all। पहले तो इत्थे मेरी पहली स्लाइड है इंट्रोडक्शन टू द गुरबाणी ग्रामर। असी खाली ना अज थोड़ी जी इंट्रोडक्शन लवांगे क्योंकि जे ज्यादा डीप चले जावांगे तो शायद कुछ जेडे न्यू एब्सोल्यूट न्यू कमर्स हैं उन्हां दा इंटरेस्ट थोड़ा घट जाए तो बोर हो जाए। मैं कोशिश करांगा कि किसी नूं नींद ना आए। बाणी दी तुक आंदी है, हुक्म पछाणे नानका भाव चंदन लावै, गुण कामण कामण करे तो प्यारे को पावै। हुण जे तुसी सारे स्क्रीन वेख रहे हो फॉर श्योर, तुसी देखो गुण ने रणे नूं औंकड़ नहीं है। कामण पहली कामण जिहड़ा लिखिया है उस कामण नूं सिहारी नहीं है, दूजी कामण नूं सिहारी है। हुण जे असी बिल्कुल ही गुरबाणी ग्रामर तो वांझे होइए ते सानू इन्हां दोनों कामना च फर्क करना काफी मुश्किल हो जाएगा। पता ही नहीं लगेगा कि यह दोनों कामना का अर्थ की है। असी दोनों नू इस्त्री ही समझते रहांगे पर है नहीं। पहला कामण जिहड़ा हैगा उहदा अर्थ है तावीज, गुणा दी तावीज, गुणा दी गंठड़ी, गुणा दा जादू। जे स्त्री दूजी कामण का अर्थ है स्त्री। वो बनिया दोनों वर्ड संस्कृत दे हैं, दोनों अखर कामणी तो कामण बने जिहड़ा सिहारी नाल लिखिया गया है। और कामण है गुणा दी तावीज। जे ओ स्त्री जिन्हों अपने मिलन दी तांग है, जे ओ गुणा दी तावीज अपने गले विच हार बना के पा ले तां ओ प्रीतम नूं मिलन दे रस्ते ते चल पैंदी है। इस वास्ते कामण दा अंतर है। ये चीज सानू उदों समझ आएगी जदों असी थोड़ा जिहा गुरबाणी ग्रामर दे रस्ते ते चल पांगे। एंड दैट इज व्हाट वी वांट टू डू एज अ ग्रुप। जिहड़ा लफज कामण है जिहदा अर्थ तावीज है वो 6 वारी गुरु ग्रंथ साहब च वरत्या गया है और 6 दी 6 वारी या तो गुणा दे हार की तरह या फिर गुणा दे तावीज की तरह ही वरत्या गया, उसे प्रथाए वरत्या गया। ते दूजा जिहड़ा कामण हैगा विद सिहारी जिहदा अर्थ स्त्री है
ਉਹ 77 ਵਾਰੀ ਵਰਤਿਆ ਗਿਆ। ਆਈ ਐਮ ਜਸਟ ਸ਼ੇਅਰਿੰਗ ਦੈਟ ਇਨਫੋਰਮੇਸ਼ਨ ਵਿਦ ਯੂ। ਇੰਗਲਿਸ਼ ਵਿੱਚ ਜੇ ਅਸੀਂ ਇਸ ਲਾਈਨ ਦੀ, ਇਸ ਤੁਕ ਦੀ ਟ੍ਰਾਂਸਲੇਸ਼ਨ ਕਰੀਏ ਤੇ ਉਹਦਾ ਇਹ ਅਰਥ ਹੁੰਦਾ ਹੈ ਕਿ when a female soul embraces the magical package, taweej of virtues and shuns all the vices, then she is shepherded onto the path of alliance with the beloved master God. ਹੁਣ ਅਸੀਂ ਇੱਕ ਗੱਲ ਹੋਰ ਦੇਖ ਲੈਣੀ ਹੈ ਇੱਥੇ, ਬਿਫੋਰ ਵੀ ਗੋ ਟੂ ਦਾ ਨੈਕਸਟ ਸਲਾਈਡ। ਇੱਥੇ ਪਹਿਲਾ ਜਿਹੜਾ ਗੁਣ ਲਿਖਿਆ ਸੀ ਉਹ ਗੁਣ ਦਾ ਰਾਣਾ ਮੁਕਤਾ ਹੈਗਾ, ਕਿਉਂਕਿ ਬਥੇਰੇ ਬਹੁਤੇ ਗੁਣਾਂ ਦੀ ਗੱਲ ਹੋ ਰਹੀ ਹੈ। ਗੁਣਾਂ ਦਾ ਹਾਰ, ਗੁਣਾਂ ਦੀ ਤਾਵੀਜ਼, ਇਸ ਵਾਸਤੇ ਗੁਣ ਇੱਥੇ ਪਲੂਰਲ ਹੈ। ਹੁਣ ਅਸੀਂ ਗੱਲ ਕੀਤੀ ਸੀ ਥੋੜੇ ਦਿਨ ਪਹਿਲੇ, ਨਾਨਕ ਨਿਰਗੁਣੈ ਗੁਣ ਕਰੇ, ਗੁਣਵੰਤਿਆ ਗੁਣ ਦੇ। ਉੱਥੇ ਗੁਣ ਦੇ ਰਾਣੇ ਨੂੰ ਔਂਕੜ ਸੀ ਤੇ ਅਸੀਂ ਗੱਲ ਕੀਤੀ ਸੀ ਵੀ ਗੱਲ ਇੱਕ ਗੁਣ ਦੀ ਹੋ ਰਹੀ ਹੈ। ਉਸ ਗੁਣ ਦਾ ਅਸੀਂ ਵਿਸਤਾਰ ਨਾਲ ਵਿਆਖਿਆ ਕੀਤੀ ਸੀ, ਉਹਨੂੰ ਮੈਂ ਦੁਬਾਰਾ ਸ਼ੁਰੂ ਨਹੀਂ ਕਰਨਾ ਚਾਹੁੰਦਾ, ਪਰ ਮੈਂ ਖਾਲੀ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਗੁਣ ਜਿੱਥੇ ਰਾਣਾ ਮੁਕਤਾ ਹੈਗਾ ਉਹ ਗੁਣ ਪਲੂਰਲ ਹੈ, ਔਰ ਜਿੱਥੇ ਰਾਣੇ ਨੂੰ ਔਂਕੜ ਆ ਗਿਆ ਗੁਣ ਦੇ ਉਹ ਗੁਣ ਸਿੰਗੂਲਰ ਬਣ ਜਾਂਦਾ, ਇੱਕ ਗੁਣ ਬਣ ਜਾਂਦਾ। ਦਿਸ ਇਜ਼ ਦਾ ਡਿਫਰੈਂਸ। ਤੇ ਅਸੀਂ ਦੂਜੀ ਗੱਲ ਕਰਦੇ ਹਾਂ ਨੈਕਸਟ। ਹਰੇਕ ਲੈਂਗੁਏਜ ਦੀ ਆਪਣੀ ਗ੍ਰਾਮਰ ਹੈ ਔਰ ਗੁਰਬਾਣੀ ਦੀ ਵੀ ਗ੍ਰਾਮਰ ਹੈ, ਜਿਹਨੂੰ ਸਮਝ ਕੇ ਸਾਨੂੰ ਕਾਫੀ ਫਾਇਦਾ ਹੋ ਸਕਦਾ ਹੈ। ਗ੍ਰਾਮਰ ਦੇ ਬੇਸਿਕ ਬ੍ਰੇਕਡਾਊਨ ਕੀ ਹੈ? ਨਾਉਨ, ਜਿਹਨੂੰ ਨਾਮ ਕਹਿੰਦੇ ਆ, ਪ੍ਰੋਨਾਉਨ, ਪੜਨਾਮ, ਵਰਬ, ਕਿਰਿਆ, ਐਡਜੈਕਟਿਵ, ਵਿਸ਼ੇਸ਼ਣ, ਐਡਵਰਬ, ਕਿਰਿਆ ਵਿਸ਼ੇਸ਼ਣ, ਪ੍ਰਪੋਜੀਸ਼ਨ, ਸੰਬੰਧਕ, ਕੰਜੰਕਸ਼ਨ, ਯੋਜਕ, ਇੰਟਰਜੈਕਸ਼ਨ, ਵਿਸਮਿਕ। ਇਹ ਚੀਜ਼ਾਂ ਸਾਨੂੰ ਹੌਲੀ ਹੌਲੀ ਪਤਾ ਲੱਗਣਗੀਆਂ। ਅੱਜ ਅਸੀਂ ਨਾਮ ਦੀ ਗੱਲ ਕਰਾਂਗੇ ਔਰ ਫਿਰ ਗੁਰਬਾਣੀ 'ਚ ਕੀ ਹੈ ਕਿ ਨਾਮ ਅੱਗੇ ਫਰਦਰ ਬ੍ਰੇਕਡਾਊਨ ਹੁੰਦਾ ਹੈ। ਇੱਕ ਤੇ ਹੁੰਦਾ ਪ੍ਰੋਪਰ ਨਾਮ, ਜਿਹਨੂੰ ਕਹਿੰਦੇ ਆ ਵਿਸ਼ੇਸ਼ ਨਾਮ, ਪ੍ਰੋਪਰ ਨਾਉਨ। ਉਹ ਹੈਗਾ ਜਿਸ ਤਰ੍ਹਾਂ ਗੋਲਡਨ ਟੈਂਪਲ, ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗ੍ਰੰਥ ਸਾਹਿਬ, ਸ਼੍ਰੀ ਅੰਮ੍ਰਿਤਸਰ। that means the name or of a place or a person, ਜਿਹੜਾ ਖਾਸ ਕਰਕੇ ਕਿਸੇ ਨੂੰ ਸੰਬੋਧਿਤ ਕੀਤਾ ਜਾਏ ਉਹਨੂੰ ਵਿਸ਼ੇਸ਼ ਨਾਮ ਕਹਿੰਦੇ ਆ। ਕਾਮਨ ਨਾਉਨ, ਜਿਹਨੂੰ ਆਮ ਨਾਮ ਕਹਿੰਦੇ ਆ ਗੁਰਮੁਖੀ 'ਚ ਜਾਂ ਪੰਜਾਬੀ 'ਚ, that is ਜਿਵੇਂ ਘੋੜਾ, ਕੁੱਤਾ, ਗਧਾ ਆਦਿ ਆਮ, ਐਵਰੀ ਕਾਮਨ, ਜਿਹੜਾ ਖਾਸ ਨਹੀਂ। ਪਰ ਜੇ ਮੈਂ ਕੁੱਤੇ ਦਾ ਨਾਮ ਮੋਤੀ ਰੱਖਿਆ ਹੋਇਆ ਹੈ ਤੇ ਫਿਰ ਉਹ ਮੋਤੀ ਵਿਸ਼ੇਸ਼ ਨਾਮ ਹੋ ਜਾਏਗਾ, ਫਿਰ ਉਹ ਆਮ ਨਾਮ ਨਹੀਂ ਰਹੇਗਾ। ਕਲੈਕਟਿਵ ਨਾਉਨ ਹੁੰਦਾ ਹੈ ਇਕੱਠਵਾਚਕ ਨਾਉਨ, ਜਿਹੜਾ ਗਰੁੱਪ ਹੋਏ, ਜਿਵੇਂ ਕਲਾਸ, ਸਿੰਘ ਸਭਾ, ਆਰਗੇਨਾਈਜੇਸ਼ਨ, ਜਮਾਤ, ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਇਕੱਠਵਾਚਕ ਨਾਮ ਕਹਿੰਦੇ ਆ। ਕੰਕਰੀਟ ਨਾਉਨ, ਕੰਕਰੀਟ ਨਾਉਨ ਹੈ ਵਸਤਵਾਚਕ ਨਾਮ। ਵਸਤਵਾਚਕ ਨਾਮ ਜਿਸ ਤਰ੍ਹਾਂ ਨਾਂ ਇਟਸੈਲਫ ਵਸਤ, ਉਹ ਵਸਤੂ ਜਿਹਨੂੰ ਹੱਥ ਲਾ ਸਕੀਏ, ਜਿਵੇਂ ਪਾਣੀ ਹੋ ਗਿਆ, ਲੱਕੜ ਹੋ ਗਈ, ਲੋਹਾ ਹੋ ਗਿਆ, ਉਹਨੂੰ ਕਹਿੰਦੇ ਆ ਵਸਤਵਾਚਕ ਨਾਮ। ਫਿਰ ਹੁੰਦਾ ਭਾਵਵਾਚਕ ਨਾਮ, ਐਬਸਟ੍ਰੈਕਟ ਨਾਮ ਕਹਿੰਦੇ ਆ ਇਹਨੂੰ। ਭਾਵਵਾਚਕ ਨਾਮ ਮਤਲਬ ਖਾਲੀ ਫੀਲਿੰਗ ਹੈ, ਹੱਥ ਨਹੀਂ ਲਾ ਸਕਦੇ ਪਰ ਫੀਲਿੰਗ ਹੈ। ਸੇਵਾ, ਪ੍ਰੇਮ, ਸਰਦੀ, ਗਰਮੀ, ਇਹ ਸਾਰੀਆਂ ਚੀਜ਼ਾਂ ਭਾਵਵਾਚਕ ਨਾਮ ਵਿੱਚ ਆ ਜਾਂਦੀਆਂ। ਥੋੜੀ ਜਿਹੀ ਇਨਫੋਰਮੇਸ਼ਨ ਇਹਨਾਂ ਬਾਰੇ ਹੋਏ ਤੇ ਪਤਾ ਲੱਗ ਜਾਏਗਾ ਵੀ ਹਾਂ ਗੱਲ ਗਰੁੱਪ ਦੀ ਹੋ ਰਹੀ ਹੈ, ਕਿਸੇ ਖਾਸ ਬੰਦੇ ਦੀ ਹੋ ਰਹੀ ਹੈ, ਆਮ ਚੀਜ਼ ਦੀ ਹੋ ਰਹੀ ਹੈ, ਜਾਂ ਕਿਸੇ ਨਿਰਜੀਵ ਵਸਤੂ ਦੀ ਹੋ ਰਹੀ ਹੈ, ਜਾਂ ਭਾਵ ਦੀ ਗੱਲ ਹੋ ਰਹੀ ਹੈ। ਸੋ ਇਸ ਵਾਸਤੇ ਮੈਂ ਤੁਹਾਨੂੰ ਇਹ ਸ਼ੇਅਰ ਕੀਤਾ। ਹੁਣ ਅਸੀਂ ਅੱਗੇ ਚੱਲਦੇ ਹਾਂ। ਨਾਉਨ ਵਿੱਚ ਇੱਕ ਹੋਰ ਚੀਜ਼ ਹੁੰਦੀ ਹੈ, ਉਹ ਹੁੰਦੀ ਹੈ ਸਿੰਗੂਲਰ ਐਂਡ ਪਲੂਰਲ, ਜਿਹਨੂੰ ਇੱਕ ਵਚਨ ਤੇ ਬਹੁਵਚਨ ਕਹਿੰਦੇ ਆ। ਬਹੁਤੇ ਕੁੱਤੇ, ਬਹੁਤੀਆਂ ਸਭਾਵਾਂ, ਬਹੁਤੀਆਂ ਸੰਸਥਾਵਾਂ, ਇਹਨਾਂ ਚੀਜ਼ਾਂ ਨੂੰ ਬਹੁਵਚਨ ਹੋ ਜਾਏਗਾ। ਫਿਰ ਹੁੰਦਾ ਮੈਸਕੂਲਿਨ, ਜਿਹਨੂੰ ਪੁਰਖਵਾਚਕ ਕਹਿੰਦੇ ਆ। ਉਸ ਤੋਂ ਬਾਅਦ ਹੈ ਫੈਮਿਨਿਨ, ਜਿਹਨੂੰ ਇਸਤਰੀਲਿੰਗ ਜਾਂ ਇਸਤਰੀਵਾਚਕ ਕਹਿ ਸਕਦੇ ਆ। ਕਾਮਨ ਜੈਂਡਰ, ਇਹਦੀ ਮੈਨੂੰ ਪੰਜਾਬੀ ਹਾਲੇ ਪਤਾ ਨਹੀਂ ਲੱਗੀ, ਮੈਂ ਲੱਭ ਰਿਹਾ ਕਿਤੋਂ ਲੱਭੀ ਨਹੀਂ, ਅੱਜ ਵੀ ਕਾਫੀ ਕੋਸ਼ਿਸ਼ ਕੀਤੀ।
फिर है न्यूटर जेंडर जिन्हों कहते हैं निपुंसक लिंग। हुण गुरमुखी विच या पंजाबी विच दो ही नाउन ज्यादा वरते जाते हैं, जिहड़ा कि पुलिंग और स्त्रीलिंग, ये ज्यादा नाउन वरते जाते हैं। संस्कृत विच थोड़ा ज्यादा हुंदा। हुण संस्कृत का और गुरमुखी का भी थोड़ा फर्क है। हरेक लैंग्वेज विच भी थोड़ा थोड़ा फर्क हो जाता है नाउन की क्लासिफिकेशन करन च। हुण संस्कृत विच अग मैस्कुलिन है, इसका मतलब पुलिंग है, पर पंजाबी विच अग फैमिनिन है। अग हुंदी है, अग हुंदा नहीं, अग लगदी है, अग लगदा नहीं। सो इस वास्ते वो अग स्त्रीवाचक हो जाती है, स्त्रीलिंग हो जाती है। दैट वाज वन एग्जाम्पल। हुण साडे 35 अखर हैं गुरमुखी दे। 35 अखरां विच ऊड़ा, ऐड़ा और ईड़ी इन्हां नूं स्वर कहंदे हैं, जिहड़े आवाज़ दिंदे हैं। बाकी दे 32 व्यंजन कहे जाते हैं। लगा मात्रां जिहड़ियां मैं अगे गल करन लग्या तुहाडे नाल, कुछ लगा मात्रां स्वरां नाल नहीं यूज हुंदियां, जिवें कन्ना, सिहारी, बिहारी, लां, दुलां ते कनौड़ा, ये ऊड़े नाल यूज नहीं हुंदे। इस तरह ही कुछ लावां और लगा मात्रां ऐसियां जिहड़ियां ऐड़े और ईड़ी नाल भी नहीं यूज हुंदियां। व्यंजनां नूं, जिहड़े व्यंजन सस्से तो लैके ड़ौड़े तक, उन्हां नूं लगा मात्रां दी लोड़ हुंदी है आवाज कड्ढण वास्ते। गुरबाणी विच कुछ व्यंजन मुक्ता भी वरते गए हैं। मुक्ते की गल असीं 1 मिनट च करांगे। कक्का, नन्ना, तत्ता और चचा, ये स्टैंड अलोन गुरबाणी च वरते गए हैं। वो असीं जिस तरह अगे अगे चलते जावांगे सानू पता लग जाएगा। भैन जी मनदीप कौर जिस तरह कथा करनगे वो भी सानू यह समझाते जाणगे नाल नाल। ए मेरा टेबल हैगा जिहड़ा मैं तुहाडे नाल शेयर करदा। ये टेबल मेरा ऊड़े तो लैके ड़ाड़े तक बनया होया है, पर मैं तुहाडे नाल थोड़ा जिहा शेयर कर रहा क्योंकि ज़्यादा की लोड़ नहीं हैगी इस टाइम। इत्थे तुसीं वेख सकते हो कि कन्ना ऊड़े नूं नहीं लगदा, सिहारी ऊड़े नूं नहीं लगदी, ऐड़े नूं नहीं लगदी, बिहारी ऐड़े ऊड़े ऐड़े नूं नहीं लगदी, औंकड़ ऐड़े और ईड़ी नूं नहीं लगदा। इस तरह जिहड़ियां जिहड़ियां लगा मात्रां जिहड़े जिहड़े स्वरां नाल और जिहड़े जिहड़े व्यंजनां नाल यूज नहीं हुंदियां, वो मैं अपना जिहड़ी मैं काम कर रहा उहदे विच मैं अपना टेबल बनाया ग्रामर सैक्शन विच, ताकि मैं जिहड़ा रीडर है जिहड़ा पढ़े उन्होंने कन्वे कर सकां ठीक तरह के भी किस तरह की चलता है। हुण असीं लगा मात्रा की गल करते हैं। लगा मात्रा कोई समझाने की लोड़ नहीं, सारिਆਂ ਨੂੰ पंजाबी आती है। जिन्होंने नहीं आती उन्होंने वास्ते थोड़ी जी इनफॉर्मेशन है। मुक्ता, कन्ना, सिहारी, बिहारी, औंकड़, दुलैंकड़ या दुलैंकड़े, लां जां लावां, दुलां जां दुलावां, होड़ा, कनौड़ा, बिंदी, टिप्पी, ये लगा मात्रा हैगियां। उस तो बाद अतक, हलंत, विसर्ग, फिर पैरां विच लिखे शब्द ववा, यया, ररा, ते फिर पैरां विच बिंदी वाले शब्द। ये सारे साडे खजाने विच हैगे हैं, गुरमुखी के खजाने विच। पर अदक और पैरां विच बिंदी वाले शब्द गुरु ग्रंथ साहब च नहीं वरते गए, जिवें शशा, खखा, जजा, ये शब्द गुरु ग्रंथ साहब की गुरबाणी च नहीं वरते गए। अदक किते नहीं वरत्या गया। अदक जिथे लाना हुंदा है उत्थे खुद लाना पैंदा है। हुण एक्सेप्ट फॉर मुक्ता, मुक्ते तो बगैर कंबीनेशन ऑफ ईच अल्फाबेट गेट्स अ सिंगल डायक्रिटिक, मतलब हरेक व्यंजन नूं एक मात्रा लगती है या स्वर नूं एक मात्रा लगती है आवाज कढ़ण वास्ते। जिस तरह सस्से नूं सिहारी लगी तो सी हो गया, बिहारी लगी तो सी हो गया। सो इस तरह एक एक मात्रा हर लफज नूं लगती है। पर गुरबाणी विच कुछ ऐसे शब्द आते हैं जिन्हां नूं 2 मात्रा लगियां हुई हैं। और जदों मैनूं इस चीज़ का ज्ञान होया, आई वाज अमेज्ड, मेरी हैरानगी की हद ही नहीं रही कि महाराज ने कितनी गहराई विच जाके
ताकि ग्रामर का भी वायलेशन ना होए और लय सुर ताल की भी वायलेशन ना होए। इस हिसाब नाल महाराज ने गुरबाणी लिखी है। दिस इज अ मार्वल ऑफ गुरबाणी। जदों तुहानू इस चीज की समझ लगेगी, यू विल आल्सो बी अमेज्ड। लोभान दे लल्ले नू दो मात्रा, न्यानो दे नन्ने नू दो मात्रा, गोपाल दे गगे नू दो मात्रा। ये असीं जदों अगे जावांगे ते इन्हां दी गल करांगे। काफ़ी शब्द ऐसे हैं गुरबाणी च, मैं उन्हां दी लिस्ट बना रहा, हाले मेरा टेबल पूरा नहीं होया, बट आई एम वर्किंग ऑन फ्यू अदर थिंग्स, इस करके यह थोड़ा पिछे पै गई है गल। बट जदों अगे जाके गल करांगे यू विल बी अमेज्ड कि इन्हां दा एक ते उच्चारण किस तरह होना चाहिए और दूसरा ए शब्दां दी खासियत की हैगी है। हुण लगा मात्रा डायक्रिटिक्स जिन्हां नूं अंग्रेजी विच कहंदे हैं, डायक्रिटिक्स असिस्ट in differentiating between singular, plural, verbs, pronouns, adverbs और tense। किहड़े काल दी गल हो रही है, नाम, विशेषण, क्रिया, पड़नाम, इन्हां चीज़ां तो इलावा किहड़े समय दी गल हो रही है। गल पास्ट दी हो रही है, भूतकाल दी हो रही है, वर्तमान काल दी हो रही है कि भविष्यत काल दी हो रही है। ये भी चीज़ां सानू लगा मात्रा ही सोझी दिंदियां जदों असीं पढ़दे हां किसी टैक्सट नूं। अज असीं मुक्ते की गल करांगे। मुक्ते ते थोड़ा मैं ज़्यादा विचार करांगा तुहाडे नाल, क्योंकि मैं जे सारियां ओवरडोज दे दियां तुहानू ते दवाई की भी ओवरडोज ठीक नहीं होंदी, खाने की भी ओवरडोज ठीक नहीं होंदी, ते किसी चीज़ की भी ओवरडोज चंगी नहीं। ते उन्ना ही लिमिट रखते हैं जिन्ना ईजीली डाइजेस्ट हो जाए। मुक्ता की चीज है? मुक्ता वो निशान है, वो मात्रा है जेड़ी लिखण तो मुक्त है, जेड़ी लिखी नहीं जाती ना, इटसेल्फ इज मुक्ता। मुक्त मीन्स मुक्त, मुक्त मीन्स फ्री। जेड़ी लिखण विच नहीं आती उन्होंने मुक्ता कहते हैं। हुण जदों अध्यापक शुरू विच पंजाबी सिखानी शुरू करता है, वो कहता सरस, ससा मुक्ता, रारा मुक्ता, ससा मुक्ता, सरस। भगत, भब्बा मुक्ता, गग्गा मुक्ता, तत्ता मुक्ता, भगत। इस तरह चरण। हुण गग्गे नूं गुर दे गग्गे नूं औंकड़ लग्या, वो कहता गग्गे नूं औंकड़, ररा मुक्ता, गुर। सो प्रेजेंटेशन के अलग अलग तरीके हैं। मैं तुहाडे नाल अलग अलग तरीके शेयर कर रहा कि एक पहले लाइन के तरीके नाल भी लिखा जा सकता है, तीजी लाइन के तरीके नाल भी लिखा जा सकता है, चौथी लाइन के तरीके नाल बोलिया जा सकता है, जिस तरह बंदे नूं सहूलियत होए। हुण एक गल मैं तुहानूं शेयर करदा कि अंग्रेजी विच भी मुक्ता है। बड़ी हैरानगी की गल है, तुसीं कहोगे एक ही गल कर रहे हैं, अंग्रेजी च मुक्ता कित्थों आ गया। चलो ए लफज देखते हैं, हंबल। हंबल की प्रोनाउंसिएशन मैं मरियम वैबस्टर डिक्शनरी ज़्यादा यूज़ करदा, ते उत्थे जे असीं हंबल की प्रोनाउंसिएशन देखिए जिहड़ी मैं 2 स्लैशिस दे विच दित्ती है, एच इनवर्स ई एम, हम। यू की आवाज़ अ है, हम। बल, बी ई एल, अगेन ई जिहड़ी है वो इनवर्स है, उल्टी ई है। इत्थे हंबल भावें ई एल तो बाद लगी सी, पर प्रोनाउंस करने वास्ते ई एल तो पहले आ जाती है, बी और एल दे विच आ जाती है हंबल। इनू हंबल नहीं कहते या हंबली नहीं कहते, हंबल कहते हैं। सो ये जिहड़ी इनवर्स ई है ये मुक्ता है, और यही मुक्ता मैं अपनी पूरी इंग्लिश ट्रांसलेशन विच यूज कर रहा, जिहदी गल असीं थोड़ी देर बाद 2 मिनट वास्ते करांगे। इस तरह ही मैं तुहानूं दूजी एग्जाम्पल दित्ती है, स्टंबल। स्टंबल विच भी जे तुसीं वेखो, स्टंबल स्टंबल, उहदे विच भी मुक्ता 2 बारी प्रोनाउंस हुंदा है, पर एट द सेम टाइम प्लक, ट्रुथ, ट्रिम, इन्हां विच भावें मुक्ता है नहीं, ट्रिम और टी और आर विच या पी और एल विच तो प्रोनाउंस भी नहीं होंदा, इत्थे मुक्ता है नहीं। प्लक, ट्रुथ, ट्रिम, ट्रैक्ट एटसेट्रा, इस तरह के कई लफज अंग्रेजी विच आंदे हैं
जिन्हां विच मुक्ता प्रेजेंटेशन हुंदी है। You may not have paid any attention to it, but now that you are aware, next time जदों तुसी वेखोगे तुसी खुद ही कहोगे हाँ यार ये तां है। सो हुण असीं लगा मात्रा की गल करते हैं जिहड़ी असीं सिखनी है, जिहड़ी असीं चीज वास्ते इत्थे इकट्ठे होए हां। पहली लाइन है से जन सबदे सोहणे तित सच्चा दरबार। इत्थे जन मैं जिहड़े शब्द अलग कलर विच लिखे हैं उन्हां नूं ही असीं विचार करनी है, क्योंकि उही लफज अज सानू विचार वास्ते हैं। पूरी लाइन दी मैं तुहाडे नाल विचार नहीं करनी, क्योंकि पूरी लाइन विच लाम भी लगी है, घोड़ा भी लगे है, औंकड़ भी लगे है, दुलाम भी लगी है, सिहारी भी लगी है। ये असीं जिस तरह अगे अगे चलते जावांगे इहदी विचार करते जावांगे। अज असीं मुक्ते की गल कर रहे हैं ते मुक्ता जज्जा और नन्ना पहला जिहड़ा लाइन विच है जज्जा नन्ना मुक्ता है। हुण दूजी लाइन विच जे असीं इस शब्द नूं देखीए जिसनों नदर करे सोई जन लेखा, इत्थे नन्ने नूं लग गया औंकड़। जिथे औंकड़ लग गया वो सिंगुलर यूज हो जाता है, नाउन। असीं खाली नाउन्स की गल कर रहे हैं, वर्ब दा रूल अलग है, कन्फ्यूज ना करियो जे। नाउन जिन्हों नाम कहते हैं, नाम की गल कर रहे हैं असीं। जन इज अ कॉमन नाउन, ग्रुप है। जन बहुवचन है पर ग्रुप है, ग्रुप की गल हो रही है। से जन से सानू दस दिंदा है कि जन बहुते हैं। बहुते होने करके नाउन 99% मुक्ता आएगा। जिथे मुक्ता नाउन नहीं आएगा वह विचार असीं अगे जाके करांगे। ते दूसरी लाइन में तुसीं ख्याल रखियो, जन नन्ने नूं औंकड़ लग गई। इत्थे एक बंदे की गल हो रही है, सोई जन, एक बंदा, सो जन, ओही मनुख, ओही हस्ती। सो सिंगुलर यूज है। हुण इत्थे असीं दूजी तुक नूं फिर वेखदे हां ऐसे मुक्ते यूज वास्ते। अमुल गुण, अमुल व्यापार। इत्थे गुण ते व्यापार नाउन हैगे। मेरा कलर इत्थे मिक्सअप हो गया, मैं चेंज नहीं की स्लाइड, आई अपोलोजाइज। इत्थे मैनू बोल के दसना पेगा, यह स्लाइड मैं दूजे प्रेजेंटेशन तो लै ली। पर इत्थे गुण एडजैक्टिव है, विशेषण है। और ना गुण इत्थे नाउन है, सॉरी अमुल विशेषण है, आई अपोलोजाइज, माई फॉल्ट। गुण और व्यापार ये दो चीज़ां इत्थे नाउन्स हैगियां और अमुल इन्हां दा विशेषण है। ए भी हुणे क्लीयर कर देना, कन्फ्यूजन ना रहे। रूल है, अगली स्लाइड पे फिर आएगा। रूल है कि जे नाउन प्लूरल है और वो मुक्ता आया तो ओदा विशेषण भी मुक्ता आएगा। सो इस वास्ते इस लाइन विच अमुल नूं औंकड़ नहीं लग्या। अगली लाइन असीं देखते हैं, इमीजिएटली उत्थे क्लीयर हो जाएगा होर थोड़ा। अमुल धर्म, अमुल दीबान। हुण इत्थे धर्म नूं औंकड़ लग्या, दीबान नूं औंकड़ लग्या, क्योंकि यह सिंगुलर नाउन है। पर क्योंकि ये सिंगुलर नाउन हैगे, एक वचन हैगे, इस वास्ते इन्हां दे विशेषण अमुल नूं भी औंकड़ लग गया। Some of you may already be getting lost। तुहाडे तो कुछ बंदे ऐसे होणगे जिहड़े माफ करना, खिमा करियो, मैं किसी दी नहीं कर रहा। I may be explaining little too much in first lesson और हो सकता है कि कुछ गवाच जाण। सो असीं इहनूं एक बारी होर दोबारा कर लैने आ। अमुल गुण, अमुल व्यापार। प्लूरल यूज ऑफ एडजेक्टिव and plural use of nouns। बहुवचन एडजेक्टिव और बहुवचन नाउन। गुण और व्यापार बहुवचन नाउन है, इन्हां वास्ते इन्हां दा एडजेक्टिव अमुल औंकड़ तो बगैर है। असीं देखिया सी जन और जन दा फर्क। जिथे जन प्लूरल सी उत्थे नन्ने नूं औंकड़ नहीं सी, जिथे जन सिंगुलर सी उत्थे नन्ने नूं औंकड़ लग गया।
पिछली स्लाइड ते असी गुण और गुण भी देखा सी। दोबारा 1 मिनट होर दोबारा वो गल करते हैं। सो अमुल धर्म अमुल दी बाण। हुण जदों तुसी जपजी साहब का पाठ करोगे, जदों तुहानू ए 2 तुक्कां तुसी पढ़ोगे, कल तो तुहानू ए ज्ञान होना शुरू हो जाएगा भी इत्थे अमुल दे लल्ले नू औंकड़ क्यों है और उत्थे लल्ले नू औंकड़ क्यों नहीं। जब तक मैनू भी यह चीज पता नहीं सी, मैं तो अणगहली कर दिंदा सी, देख लैंदा सी, अगे चलदा सी। अमुल गुण अमुल व्यापार अमुल धर्म अमुल दी बाण पढ़ते जाइदा सी। पर डॉक्टर वाली गल दवाई ते सी पर नियम नहीं सी। फिर असी इस तुक नू दोबारा देख लैने आ। नानक निर्गुण गुण करे, नानक निर्गुण गुण करे, गुणवंतिया गुण दे। असी देखिया सी अमुल गुण, गुण बहुवचन सी, इस वास्ते गुण देड़ाने नू औंकड़ नहीं सी। इत्थे गुण एक वचन है, इस वास्ते गुण देड़ाने नू औंकड़ है। ए ते मैं गल कीती सी तुहाडे नाल, जिन्ने भी जन व्यापार दिबाण धर्म ये सारे सी मैस्कुलिन, जिन्होंने पुरखवाचक या पुलिंग कहने। ये सारिया एग्जाम्पल उन्हां दियां सी, सारिया उदाहरणा मैस्कुलिन नाउन्स दियां सी और मैस्कुलिन ही एडजेक्टिव सीगे, विशेषण। हुण असीं गल करदे हां फैमिनिन नाउन दी, स्त्रीलिंग। स्त्रीलिंग का जिहड़ा नाउन है पेयड़ है, धन आन दिन सुती। इत्थे धन औरत नूं कहा गया, धन गुरबाणी च 3-4 तरीकों नाल वरत्या गया है। धन धन, धन माया के तरीके नाल, धन होर भी तेरी करनी धन है उपमा के हिसाब नाल। सो इत्थे धन जिहड़ा वरत्या है क्योंकि पेयड़ है, पेके घर, धन औरत स्त्री बच्ची। फेमिनिन सिंगुलर नाउन है। अच्छा, फेमिनिन नाउन की एक खासियत है, मैस्कुलिन नाउन सिंगुलर और प्लूरल विच फर्क है। फेमिनिन नाउन सिंगुलर और प्लूरल च फर्क नहीं है, वो हमेशा औंकड़ के बगैर आएगा। जे मैं गलती कर दिया तो भैन जी मनदीप कौर मैनू करैक्ट कर सकते हैं। पर इत्थे धन जिन्नी बार भी गुरबाणी च आया, मैं चेक किया, सर्च की सी, धन नन्ना मुक्ता ही आया। हुण देह तेजन जी राम उपाया राम। देह देह हुंदी है, देह हुंदा नहीं। देह स्त्रीलिंग है, देह पुलिंग नहीं। पुलिंग ना होने करके देह भी बगैर औंकड़ दे है। जिथे देह नू औंकड़ आएगा उथे इट विल मीन गिव, देहो, मैनू देओ। प्रोनाउंसिएशन देहो नहीं है, मैं तुहानू इस वास्ते यूज करके दस रहा कि डिफरेंस पता लग जाए। है नो औंकड़ जे आएगा ते वो स्त्रीलिंग नहीं होएगा, वो एक्सचेंज दे व्यू विच आएगा, देओ देओ। दैट इज द डिफरेंस। हुण असीं गल करते हाँ जिहड़ी मैं पिछली स्लाइड ते गल कीती सी तुहानू कि एडजेक्टिव्स विशेषण ऑफ प्लूरल नाउन्स विल आल्सो हैव द लास्ट कॉन्सोनेंट, लास्ट व्यंजन, अखीरला व्यंजन उन्हां दा मुक्ता होएगा। एग्जाम्पल मैं तुहानू दिती है, अनक बरख किए जप तापा। अनक मीन्स बहुत, बहुवचन हो गया। बरख मैस्कुलिन है, पुलिंग है, इस वास्ते बरख नू औंकड़ नहीं है। अमुल गुण अमुल व्यापार, दोबारा मैं रीएनफोर्स करने वास्ते एग्जाम्पल 2-3 बारी लिखी हैं ताकि दिमाग च थोड़ा गल वड़ जाती है जे रिपीट सुनिए तो या रिपीट बोलीए तो। हुण स्त्रीलिंग जिहड़ा नाउन है, फेमिनिन नाउन, ओदा विशेषण भी मुक्ता रहेगा। गुरा एक देह बुझाई, एक देह बुझाई, मैनू एक चीज बुझा दियो, एक चीज समझा दियो, एक चीज का ज्ञान दे दियो। सबना जियां का
एक दाता सो मैं विसर न जाई। मैं समझदा कि इस तुक दे अर्थ कई सूझवान व्यक्तियों ने या हस्तियां ने अलग तरीके नाल कीते हैं। मैं तुहानू जिन्हें मैनू समझ है मैं उस तरीके नाल अर्थ कर रहा, ते जे गलत होण तां खिमा करियो। मेरे अर्थ इस तरीके नाल ही बनते हैं कि हे गुरुदेव जी, गुरा एक देह बुझाई, मैनू एक गल दी समझ दे दिओ। वो केड़ी गल है कि सबना जियां का एक दाता। हुण इत्थे कक्के नू औंकड़ लग गया। औंकड़ क्यों लग गया? दाता मैस्कुलिन आ गया और दाता एक है। दाते बहुत नहीं, एक दाते की गल हो रही है। इस वास्ते गुरा एक देह बुझाई फैमिनिन सी, स्त्रीलिंग सी, उहदे कक्के नू औंकड़ नहीं सी। और इत्थे सबना जियां का एक दाता आ गया, मैस्कुलिन हो गया, सिंगुलर है, इस वास्ते औंकड़ नाल है। हुण असी व्याकरण की ज्यादा गल नहीं करनी, क्योंकि व्याकरण विच काफी फिर ना एक दिन च ज्यादा डोज दे देती तो इनफॉर्मेशन ओवरलोड हो जाएगी। हुण मैं तुहाडे नाल विचार करना चाहना भी गुरबाणी का शुद्ध प्रोनाउंसिएशन, शुद्ध उच्चारण की महत्ता की है व्याकरण ही, पर मैं थोड़ा डिग्रेस कर रहा, मैं थोड़ा मिक्स करना चाहना कि असी लगा मात्रा दे नाल नाल थोड़ी जी अर्ध विश्राम की भी गल करांगे, थोड़ी जी असी गल करांगे इसकी भी कि भी प्रोनाउंसिएशन किस तरह होनी चाहिए है। हुण गुरबाणी च लफज आंदा है क्यों। क्यों गुरबाणी च दो तरीकों नाल वरत्या गया। जे तां बिंदी दे बगैर वरतांगे तां क्यों दा अर्थ है क्यों, किस तरह, हाउ, केड़े तरीके नाल। जे क्यों बोलना पेगा ते उथे मीनिंग हो जाएगा वाई, क्यों। और इन्हां दा अंतर बहुत जरूरी है समझना। आओ थोड़ियां तुक्कां देखिए। क्यों पाइए हर राम सहाय। जे मैं इस तुक नूं पढ़दा क्यों पाइए हर राम सहाय, समझते तुसीं गए, फिर बाणी पढ़न की लोड़ की है, इकट्ठे क्यों होए। क्यों पाइए हर राम सहाय, क्यों पावा भाई, ओके चलो चलिए फिर। सो इत्थे जे क्यों उच्चारण करांगे ते ओदा मतलब होएगा किव, केड़े तरीके नाल मैं राम सहाय नूं पावां। किव कर आखां, किव सालाही, किव क्यों वरनी, किव जाना। ये बड़ी पोएटिक महाराज ने लिखी है। इत्थे भी किव यूज कर सकते सी ना, 3 किव यूज किए महाराज ने, चौथा क्यों यूज किया, क्यों। बड़ी पोएटिक है बाणी की। पोएटिक खासियत की असीं गल करांगे एज वी गो। तो इत्थे महाराज कहते हैं किव कर आखां, किव सालाही, क्यों वरनी, क्यों नहीं। क्यों वरनी का अर्थ हो गया क्यों वर्णन करा, क्यों वरनी, किव जाना। नेक्स्ट लाइन, हाँ क्यों कर मिला अपने प्रीतम पूरे। किस तरह मैं अपने प्रीतम पूरे नूं मिला, क्यों, केड़े तरीके नाल, हाउ, विच वे। नेक्स्ट तुक, सो क्यों मनो विसारिए जाके जीव प्राण। उस परमात्मा नूं मैं क्यों विसार दियां जिहड़ा मेरा जिंद और प्राण है। इत्थे जे असीं क्यों पढ़ांगे तो उल्टा अर्थ हो गया। सो सानू क्यों पढ़ना पेगा। सो क्यों विसरै मेरी माए, क्यों मनो विसारी है, निमक नहीं टारी है, गुणवंत प्राण हमारे। सो आई होप आई एम बीइंग प्रीटी इन्फॉर्मेटिव। दूजा मैं जिहड़ा तुहाडे नाल प्रोनाउंसिएशन की गल करनी है वह है मोहे एंड मोह। इहदे विच काफ़ी साडे रागी सिंह भी भुलेखा खांदे हैं। मोह जदों हाहा दी सिहारी उच्चारण नहीं होएगी उहदा अर्थ है अटैचमेंट जां अट्रैक्शनस। मोहे जिथे उच्चारण होनी है सिहारी उहदा अर्थ है नी,
मेरा मैं। माया मोह विसारिया जगत पिता प्रतिपाल। इत्थे मोह एडवर्ब है जिहड़ा असीं अगे जाके विचार करांगे कि एडवर्ब की हुंदा है, क्रिया मोह। इहनूं कहंदे आ ट्रांजिटिव एक्शन वर्ब। ਉਹ ਵਰਬ ਜਿਹਦੇ ਨਾਲ ਕਿਸੇ ਦੇ ਉੱਤੇ ਅਸਰ ਹੋਵੇ। ਮਾਇਆ ਮੋਹ, ਮਾਇਆ ਦੇ ਮੋਹ ਨੇ, ਮਾਇਆ ਦੇ ਮੋਹ ਵਿੱਚ ਪੈ ਕੇ ਮੈਂ ਵਿਸਾਰਿਆ ਜਗਤ ਪਿਤਾ ਪ੍ਰਤਪਾਲ। ਤੇ ਦੂਜਾ ਮੋਹ ਜਿਹੜਾ ਹੈਗਾ ਮੋਹੇ ਪੜਨਾ ਜਿਹਨੂੰ, ਕਰ ਕਿਰਪਾ ਮੋਹੇ ਸਾਧ ਮਿਲਾਇਆ। हे परमात्मा ਤੁਸੀਂ ਮੇਰੇ ਤੇ ਕਿਰਪਾ ਕੀਤੀ, ਮੈਨੂੰ ਸਾਧ ਦੇ ਸੰਗਤ ਮਿਲੀ। ਕਰ ਕਿਰਪਾ ਮੋਹੇ साध मिलाया। बहुतियां एग्जाम्पल, देयर आर सो मैनी, वी विल शेयर ऑल दोज एज वी गो। हुण मैं तुहाडे नाल थोड़ी जी गल करदा किथे अर्ध विश्राम लगना चाहिए, किथे नहीं लगना चाहिए। मैं स्लाइड विच दस्सिया जिथे गलत है उत्थे मैं 2 क्रॉस पाए हैं रेड कलर दे, जिथे ठीक है उत्थे मैं चेक मार्क पाया। मेरे मन मेरे सतगुर के मन बचन ना पाए सब फोकट चार शिगारे। जे इत्थे असीं अर्ध विश्राम ला दईए मन तो बाद ते मीनिंग हो जाता है मेरे सतगुर के मन। मेरे सतगुर दे मन विच बचन ना पाए सब फोकट चार शिगारे। हुण चार शिगार किहदा फोकट है? बचन सतगुर दे मन विच ते नहीं सब पाने, बचन ते मेरे मन विच पाने सी। सो ठीक जिहड़ा अर्ध विश्राम लगना है ਉਹਦੇ हिसाब नाल होएगा मेरे सतगुर के मन बचन न पाए। मेरे सतगुर के मन बचन न पाए, मेरे मन विच मेरे सतगुर दे बचन नहीं पाए ते मेरा चार शिगार सब फोकट गया। फोकट है, बेकार है। अगली तुक, प्रभ जी को नाम जपत मन चैन। जे ते अर्ध विश्राम लाता को तो बाद ते हो गया प्रभ जी को नाम जपत मन चैन। हुण प्रभ जी ने नाम, प्रभ जी ने तो चैन नहीं ना लैनी, चैन तो साडे मन ने लैनी है। प्रभ जी को नाम जपत मन चैन। देखो तुसी किस तरह फर्क पैंदा है तुक नूं पढ़न ते। जे तुक गलत पढ़ी जाए ते जिहड़ा सुनन वाला है उन्होंने समझ नहीं पेगी कि गल की हो रही है। पर जे अर्ध विश्राम ठीक तरह ला के प्रोनंसिएशन ठीक करके बाणी की तुक उचारी जाए तो सामने वाले नूं 99% ते समझ ही लग जाती है कि गल की हो रही है। हुण तीसरी तुक असीं विचार करते हैं, अंधे गुर ते भरम ना जाए। हुण जे इत्थे असीं अर्ध विश्राम अंधे ते ला दईए ते मतलब हो गया गुरु ते भरम ना जाए। गल बनी नहीं ना। महाराज कहते हैं अंधे गुरु ते, जिहड़ा गुरु आप अन्ना है वो दूजियां दा मतलब ज्ञानवान नहीं है। अन्ना अखी अन्ना नहीं, जिहड़ा ज्ञानवान नहीं है, जिन्हों ज्ञान नहीं है, जे तुसीं उस गुरु दे पिछे देहधारी गुरु दे पिछे लगे हुए हो ते उथों तुहाडा भरम दूर नहीं होना। तुहानूं सतगुरु दी संगत करनी पैनी है, सतगुरु दे नाल रहना पैना है, सतगुरु शब्द बाणी उहदे नाल रहना पैंदा है। महाराज कहंदे अंधे गुरु ते भरम ना जाए। हुण अगलियां जिहड़ा चार तुक्कां है उन्होंने मैं ठीक विश्राम अर्ध विश्राम ला के ही लिखिया है, क्योंकि मैं जरूरत नहीं कर सकता कि मैं इन्हां तुक्कां नूं गलत पढ़ा। ये तुक्कां तुसीं खुद गलत पढ़ के वेख लो कितना अनर्थ हुंदा है जे असीं अर्ध विश्राम गलत जगह ते ला दईए। ठीक उचारण इहदा नानक मूर्ख एह गुण बोले सदा विनाश। मूर्ख दे ए गुण है, भावें अवगुण है, महाराज ने गुण लिखिया कि विनाश ही बोलता है। हुण जे असीं ऐस अर्ध विश्राम नूं मूर्ख ते मूव कर दईए, तुसीं खुद सोचो कित्थे जाके मूर्ख दी कनैक्ट होएगा और किन्नी अनर्थ हो जाएगा। उस तरह ही नानक मनमुख अंध प्यार। हुण जे ये मनमुख दा नानक तो असीं अर्ध विश्राम ला के किते होर ला दईए, यू कैन सी वट विल हैपन। इस तरह ही नानक मुठे जाहें ना ही मन सोए। सेम थिंग जे कौमा किते गलत जगह ते लाता, बाणी दे अर्थ
बिल्कुल तुक दे अर्थ बिल्कुल बदल जाने हैं। इस तरह ही नानक मनमुख बोलन वाव, मनमुख दा बोलना वाव हवा है, विंड ब्लोअर है। ते जे असी इथों भी नानक दा औंकड़, नानक दे बाद जिहड़ा कौमा लगना सी, अर्ध विश्राम लगना सी, जे असी मनमुख ते लाता, इत्थे ना लाया, it's a sin. So please try to understand. हुण ये नॉलेज कित्थों आए? ये नॉलेज संथ्या करन नाल आंदी है, पाठ सुनन नाल आंदी है। जे असी संथ्या नहीं करांगे, पाठ नहीं सुनांगे, ते ये नॉलेज आनी थोड़ी मुश्किल है। I'll take 2 more minutes and I'll take you to my English version. हुण तुसीं देखो, कल रणदीप ने मैनू कॉल किया ते कहंदा भी टाइटल देना है अज दी प्रेजेंटेशन दा। ते मैं क्या की तुहाडा टाइटल है? कहंदा, मैं क्या भी टाइटल इंट्रोडक्शन टू गुरबाणी ग्रामर। कहंदा ठीक है, वो मैं लिख लेना। मैं कहा नहीं रणदीप, तू लिखेगा ते तू इंग्लिश तो लिखेगा, तू इंग्लिश लिखेगा ते इंग्लिश च 26 अखरां चढ़ाना ते है नहीं, तू लिखेगा गुरबाणी, और गुरबाणी विच तू ए यूज करेगा और ई यूज करेगा। पढ़न वाले नूं ते पता नहीं ना तू की कह रहे हैं। सो असी की कीता, अज तक जिन्नियां भी इंग्लिश दियां ट्रांसलेशनस होईयां, असी गुरबाणी नूं अंग्रेजी विच फोर्स फिट कीता। असी ये नहीं वेख्या कि पढ़न वाला की पढ़ रहा, असी लिखिया, असी पढ़िया, असी बहुत खुश हो गए। वही प्रॉब्लम साडी हिंदी दे गुरु ग्रंथ साहब दी है। हिंदी विच भी जदों बंदा पढ़ना शुरू करता है, कहता एक ओंकार सती नामू करता पुरखू निर्भव निर्वैरू। उन्होंने पता नहीं भी जिहड़ा ऊ दी, छोटे ऊ दी मात्रा लगी है, ये प्रोनाउंस नहीं होनी। सो दिस इज द प्रॉब्लम इन इंग्लिश आल्सो। जदों मैनू यह प्रॉब्लम पता लगी तां मैं ये उदम शुरू किया। महाराज ने लाया इस रस्ते, कहते हुण तू यही काम कर। सो जिथे ते छोटा ऊ है, उत्थे मेरा ए यू है। जिथे आ दी आवाज देनी है, उत्थे मेरा आ दे उत्ते बिंदी है। जिथे हणाना है, उत्थे मैं अलग सिंबल सिलेक्ट किया है। जिथे ई ने खिंच के ई दी, वड्डी ई दी, बिहारी दी आवाज देनी है, उत्थे मेरी अलग ई है। जिथे सिहारी दी आवाज देनी है, उत्थे मेरी अलग ई है। हुण तुसीं इत्थे देखो, गुण कामण कामण करै, जिहड़ी दूजी कामण है उन्हें सिहारी लगी है, पर वो सिहारी प्रोनाउंस नहीं होनी। क्योंकि ये प्रोनाउंस नहीं होनी, इस वास्ते मैं एस ई नू ग्रे कलर च रखिया। मैं लगा मात्रा यूज की हैं इंग्लिश च, ते मैं नाल ये भी समझा रहा कि केड़ी लग और केड़ी मात्र प्रोनाउंस होनी है और केड़ी नहीं होनी। जे तुसी थल्ले देखो लास्ट लाइन विच, नानक निर्गुण है गुण करे, इत्थे डाणे दी सिहारी प्रोनाउंस नहीं होनी, मेरी अलग ई है। गुण दा औंकड़ प्रोनाउंस नहीं होना, मेरा अलग यू है और ग्रे कलर च है। So this is the kind of minute detail that I am paying attention to, कि असी गुरबाणी दी इंग्लिश ट्रांसलेशन जिहड़ी है उन्हों शुद्ध तरीके नाल पाठकां दे सामने पहुंचा सकीए, रीडर्स दे कोल पहुंचा सकीए। जेड़े गोरे नूं पता ही नहीं असी की लिख रहे हैं, असी ई नूं मुक्ता वरतदे हां, MEN मन लिख दिंदे हां, वो कहंदा मन हो गया। TEN टन लिख दिंदे हां, वो कहंदा उन्हों असी तन कहने हां, वो टन कहंदा। ते सो दी I'll just share few minutes with you कि ਜਿਹੜੀਆਂ मैं किताबां जदों मैनू ग्रामर की लोड़ पई तो मैं किहड़ियां किताबां पढ़ियां। एक तो है गुरबाणी ग्रामर बाय प्रोफैसर साहब सिंह, दूजी है गुरबाणी व्याकरण के सरल नेम सिख मिशनरी कॉलेज लुधियाना की बहुत सोहनी किताब है। किसी नूं चाहिए होए तो मैनू दस्सिओ, पढ़न च काफ़ी आसान है, पर स्टिल इन्नी आसान नहीं हैगी कि तुसीं एक बार पढ़ के ग्रामर के एक्सपर्ट बन जाओगे या मैं बन गया। नवीन गुरबाणी सरल व्याकरण बाय ज्ञानी हरबंस सिंह, काफ़ी एक्सप्लेन है, बहुत सोहनी तरह विस्तार पूर्वक उन्होंने एक्सप्लेन की है। काफ़ी कठिन किताब है पढ़न वास्ते।
ਗੁਰਬਾਣੀ ਦੀਆਂ ਲਗਾ ਮਾਤਰਾਂ ਦੀ ਵਿਲੱਖਣਤਾ। ਹੁਣ ਇੱਥੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੈਂ ਗੁਰਬਾਣੀ ਦੀਆਂ ਲਗਾ ਮਾਤਰਾਂ ਦੀ ਵਿਲੱਖਣਤਾ, ਕਿਸ ਤਰ੍ਹਾਂ ਮੈਂ ਅਲੱਗ-ਅਲੱਗ ਸਿੰਬਲ ਯੂਜ਼ ਕਰਕੇ ਇਹਨੂੰ ਸ਼ੁੱਧ ਲਿਖਣਾ ਚਾਹਨਾ। ਨਹੀਂ ਤੇ ਮੈਂ ਵੀ ਆਈ ਯੂਜ਼ ਕਰ ਦਿੰਦਾ, ਈ ਯੂਜ਼ ਕਰ ਦਿੰਦਾ, ਟਾ ਯੂਜ਼ ਕਰ ਦਿੰਦਾ, ਆ ਯੂਜ਼ ਕਰ ਦਿੰਦਾ, ਕਿਸੇ ਨੂੰ ਕੀ ਪਤਾ ਲੱਗਦਾ ਕੀ ਪ੍ਰੋਨਾਂਸੀਏਸ਼ਨ ਹੈ। ਇੰਗਲਿਸ਼ ਵਾਵਲਸ ਦੀ ਪ੍ਰੋਨਾਂਸੀਏਸ਼ਨ ਯੂਸੇਜ ਬੇਸਡ ਹੈ। ਉਹਨੂੰ ਤੁਸੀਂ ਕਿਸ ਤਰ੍ਹਾਂ ਵੀ ਪ੍ਰੋਨਾਉਂਸ ਕਰਦੇ ਹੋ, ਏ ਦੀਆਂ ਅਲੱਗ ਪ੍ਰੋਨਾਂਸੀਏਸ਼ਨ ਹੈ, ਈ ਦੀਆਂ ਅਲੱਗ ਪ੍ਰੋਨਾਂਸੀਏਸ਼ਨ ਹੈ, ਮਲਟੀਪਲ ਪ੍ਰੋਨਾਂਸੀਏਸ਼ਨ ਆਫ ਵਾਵਲਸ। ਇਹ ਕਿਤਾਬ ਹੈਗੀ ਹੈ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ, ਕਾਫੀ ਸੋਹਣੀ ਕਿਤਾਬ ਹੈ। ਇਹਦੇ ਵਿੱਚ ਉਹਨਾਂ ਨੇ ਨਾਉਨ, ਪ੍ਰੋਨਾਉਨ, ਵਿਸ਼ੇਸ਼ਣ ਵਗੈਰਾ ਦੀ ਗੱਲ ਨਹੀਂ ਕੀਤੀ, ਪਰ ਉਹਨਾਂ ਨੇ ਗੁਰਬਾਣੀ ਦੇ ਜਿਹੜੇ ਬੇਸਿਕ ਫੰਡਾਮੈਂਟਲ ਰੂਲਸ ਹੈ ਉਹ ਸਮਝਾਏ ਹੈ। ਸੋਹਣੀ ਕਿਤਾਬ ਹੈ ਪੜ੍ਹਨ ਵਾਸਤੇ। ਗੁਰਬਾਣੀ ਉਚਾਰ ਭੇਦ ਸੰਤ ਸਿੰਘ ਮਸਕੀਨ ਜੀ ਦੀ ਕਿਤਾਬ ਹੈ, ਬਹੁਤ ਅੱਛੀ ਕਿਤਾਬ ਹੈ, ਪਰ ਸੋਹੀ ਨੇ ਲਿਖੀ ਹੈ ਇਸ ਵਾਸਤੇ ਨਾਂ ਉਹਨਾਂ ਦਾ ਆਂਦਾ ਹੈ, ਅੱਛੀ ਕਿਤਾਬ ਹੈ। ਗੁਰਬਾਣੀ ਵਿਆਕਰਣ ਬਾਏ ਗੁਰੂ ਗ੍ਰੰਥ ਸਾਹਿਬ ਜੀ ਅਕੈਡਮੀ, ਇਹ ਹੈਗੀ ਹੈ ਕਿਤਾਬ ਸਿੰਗਾਪੁਰ ਔਰ ਮਲੇਸ਼ੀਆ ਦੇ ਗੁਰਦੁਆਰਿਆਂ ਨੇ ਲਿਖੀ ਹੈ, ਇੰਗਲਿਸ਼ ਔਰ ਗੁਰਮੁਖੀ ਦੋਨਾਂ ਵਿੱਚ ਹੈ। ਕਿਤਾਬ ਅੱਛੀ ਹੈ, ਜਿਨ੍ਹਾਂ ਨੂੰ ਪੜ੍ਹਨੀ ਹੋਏ ਮੈਨੂੰ ਦੱਸੋ, ਆਈ ਕੈਨ ਸ਼ੇਅਰ ਦ ਬੁੱਕ ਵਿਦ ਯੂ। ਲੈਟਸ ਗੋ ਟੂ ਕੁਐਸਚਨ ਆਂਸਰ ਸੈਸ਼ਨ ਪਲੀਜ਼। ਉਹ ਕੁਐਸਚਨ ਆਂਸਰ ਕਿੱਥੇ ਗਿਆ? ਡੂ ਆਈ ਹੈਵ ਟੂ ਸਟਿਲ ਕੀਪ ਸ਼ੇਅਰਿੰਗ ਰਣਦੀਪ? नहीं जी नहीं, ਹੁਣ इन केस कोई स्लाइड रेफर करना चाहता है तो अलग गल है, अदरवाइज क्वेश्चंस ਅਸੀਂ ਉਸ ਤਰ੍ਹਾਂ ਵੀ ਪੁੱਛ ਸਕਦੇ ਹਾਂ। ਜੇ how do I keep this slide still on screen ਕਿ ਜੇ ਮੈਂ ਕਿਸੇ ਨੂੰ ਕਹਿਣਾ ਹੋਵੇ ਕਿ ਕਿਸੇ ਦਾ ਸਵਾਲ ਹੈ ਤੇ ਪੁੱਛ ਲਓ। ਹਾਂਜੀ ਹਾਂਜੀ, ਮੈਂ ਆਪ ਜੀ ਨੂੰ ਦੁਬਾਰਾ ਰਾਈਟਸ ਦੇਤੇ ਹੈਗੇ ਤੇ ਜੇ ਤੁਸੀਂ ਸਲਾਈਡ ਦੁਬਾਰਾ ਲੈ ਕੇ ਆਣੀ ਯੂ ਕੈਨ the same way you did earlier. Let's take it out for time being. ਬਾਅਦ ਜਦੋਂ ਸਵਾਲ ਦਾ ਜਵਾਬ ਦੇਣਾ ਹੋਏਗਾ then I will need the right again. ਕੋਈ ਗੱਲ ਨਹੀਂ ਚੱਲਣ ਦਿਓ। Let's take it away now. ਹਾਂਜੀ ਕੋਈ ਗੱਲ ਨਹੀਂ let people ਸੰਗਤ ask. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਤੇ ਕੋਈ ਵਰਡਸ ਵੀ ਨਹੀਂ ਹੈ ਕਿ ਅਸੀਂ ਕਿਸ ਤਰ੍ਹਾਂ ਐਕਸਪ੍ਰੈਸ ਕਰ ਸਕੀਏ। My voice is clear? Hello? हाँ जी, मेरी वॉइस आ रही है? आ रही है, पर मैंने थोड़ा दोबारा कृपा करके दोबारा दस्यो प्लीज। मैं क्या वाहिगुरु जी का खालसा वाहिगुरु जी की फतेह। अपने कोल ते मैं क्या एप्रीशिएशन दे लिए वर्ड्स भी नहीं है जितने सोहने तरीके नाल तुसी एक्सप्लेन कीता है। तो ज्यादा टाइम ना लेंदे हुए मेरा एक छोटा जिहा क्वेश्चन है, जिस तरह नानक दे नां नाल औकड़ आंदी है कई जगह नहीं आंदी, ਉੱਥੇ ਕੀ ਫਰਕ ਪੈਂਦਾ ਹੈ? ਦੁਬਾਰਾ ਦੱਸਿਓ। ਨਾਨਕ ਜਿੱਥੇ ਵਰਡ ਆਇਆ ਨਾਨਕ, ਹਾਂਜੀ, ਕਈ ਵਾਰ ਨਾਲ ਔਕੜ ਦੇ ਆਂਦਾ, ਕਈ ਵਾਰ ਬਿਨਾਂ ਔਕੜ ਦੇ ਆਂਦਾ। ਹਾਂਜੀ ਤੇ ਉੱਥੇ ਕਿਸ ਤਰ੍ਹਾਂ ਡਿਫਰੈਂਸ਼ੀਏਟ ਕਰਨਾ ਸੀ? ਦੇਖੋ, ਨਾਨਕ ਗੁਰਬਾਣੀ ਚ 4 ਅਲੱਗ ਤਰੀਕਿਆਂ ਨਾਲ ਲਿਖਿਆ ਗਿਆ। ਇੱਕ ਤੇ ਕੱਕਾ ਮੁਕਤਾ, ਇੱਕ ਕੱਕੇ ਨੂੰ ਔਂਕੜ, ਇੱਕ ਕੱਕੇ ਨੂੰ ਕੰਨਾ ਨਾਨਕਾ ਔਰ ਇੱਕ ਕੰਨੇ ਨੂੰ ਸਿਹਾਰੀ ਨਾਨਕ। ਜਿੱਥੇ ਤੇ ਨਾਨਕ ਕੱਕਾ ਮੁਕਤਾ ਆਂਦਾ ਹੈ ਉੱਥੇ ਤੇ ਤਕਰੀਬਨ 90% I can say or majority of the times, let me not put percentage, मैं पूरी खोज कीती नहीं, पर majority of the times ਉੱਥੇ ਇਹ ਮਤਲਬ ਹੈ ਸੰਬੋਧਨ ਕਾਰਕ ਹੈ, हे ਨਾਨਕ ਗੁਰੂ ਨਾਨਕ ਦੇਵ ਜੀ ਕਹਿ ਰਹੇ हैं। ਤੇ ਜਿੱਥੇ ਤੇ ਕੱਕੇ ਨੂੰ ਔਂਕੜ ਆ ਗਈ ਉੱਥੇ it becomes a personal noun, ਨਾਨਕ। एग्जाम्पल्स मैं ਤੁਹਾਨੂੰ ਮੈਨੂੰ ਇਸ ਟਾਈਮ ਕੰਠ ਨਹੀਂ ਹੈਗੀਆਂ, but this is one chapter in my book, small few lines in which I have explained ਕਿ ਇਹਨਾਂ ਚਾਰਾਂ ਦਾ ਅੰਤਰ ਕੀ ਹੈ। ਤੇ ਮੈਂ ਉਹ ਸ਼ੇਅਰ ਕਰ ਸਕਦਾ ਗਰੁੱਪ ਨਾਲ, I can do that, but I cannot verbally explain all that at this time. But there is difference. I hope I have answered your question. हाँ जी, you have answered it. हाँ जी। और कोई? मनजीत
मनजीत Now सिंह you can see the screen के जवाब किस तरह का मिलेगा। ਮਨਜੀਤ ਸਿੰਘ ਜੀ ਇੱਕ ਚੀਜ਼ ਤਾਂ ਅੱਜ ਮੈਂ ਆਪਣੀ ਗੱਲ ਹੀ ਕਰ ਰਿਹਾ ਜੇ ਤੁਸੀਂ ਮੇਰੀ ਆਵਾਜ਼ ਠੀਕ ਸੁਣ ਪਾ ਰਹੇ ਹੋ ਤੇ Yes. ਇੱਕ ਚੀਜ਼ ਤਾਂ ਡੈਫੀਨਿਟ ਹੈ ਜੀ ਕਿ ਮੈਂ ਆਪਣੀ ਗੱਲ ਕਰਦੇ ਹੋਏ ਕਹਿ ਰਿਹਾ ਕਿ ਲੈਂਗੁਏਜ ਤੋਂ ਤਾਂ ਅਜੇ ਮੈਂ ਬਹੁਤ ਕੋਸੋਂ ਦੂਰ ਹੈਗਾ ਇਹ ਸਲਾਈਡ ਨੂੰ ਦੇਖਣ ਤੋਂ ਬਾਅਦ ਬਹੁਤ ਜਿਹੜੀ ਮੈਂ ਹੁਣ ਲਾਈ ਹੈ नहीं थोड़ी ओवरऑल स्लाइड्स देखने तो बाद मैं कह रहा कि लैंग्वेज तो मैं कोसों दूर हूं बोथ इन गुरमुखी एंड इंग्लिश आल्सो सारे का ये हाल है जी Randeep, let us unshare. and नहीं तुसी you can share मैं ਤੁਹਾਨੂੰ राइट्स ਦਿੱਤੇ ਹੋਏ ਹੈ मैं मेरा माउस ਉੱਥੇ ਜਾ ਨਹੀਂ ਰਿਹਾ। I am trying. I want to unshare. Let's unshare. नहीं it is not shared ਅਸੀਂ ਸਕਰੀਨ ਤੇ ਤੁਹਾਡੀ ਸਲਾਈਡ ਨਹੀਂ ਦੇਖ ਪਾ ਰਹੇ ਅਜੇ it's already unshared But I am not able to see anybody. ਤੁਸੀਂ ਨਾ ਇੱਕ ਡਾਟਸ ਆਂਦੇ ਉੱਪਰ ਮਲਟੀਪਲ ਡਾਟਸ ਆਂਦੇ ਉਹ ਦਬਾ ਦਿਓ ਕਿਤੇ ਉਹ ਸਾਰੇ ਦਿਖਣਗੇ ਤੁਹਾਨੂੰ ਫਿਰ। हाँ मेरा माउस जा नहीं रहा ਉੱਥੇ पता नहीं की प्रॉब्लम है। एक सेकंड लेट मी ट्राई फ्रॉम माय एंड क्योंकि मैं आप जी ਨੂੰ ਰਾਈਟਸ ਦੇਤੇ ਸੀਗੇ ਜਸਟ 1 सेकंड ओके अजय ਤੁਸੀਂ ਹੋਸਟ ਹੈਗੇ ਹੋ ਵੈਸੇ ਅਜੇ ਜਾਣ ਹੀ ਰਿਹਾ ਤੁਹਾਡੇ ਉੱਤੇ। ਹਾਂ ਹੁਣ ਆ ਗਿਆ। ਹਾਂਜੀ I put and show। ਹਾਂਜੀ ਹੁਣ ਮੈਂ ਦੇਖ ਸਕਦਾ। now I can express my views in a dumb way। ਹੁਣ ਗੱਲ ਕਰੋ। ਹਾਂਜੀ ਨਹੀਂ ਹੁਣ ਤਾਂ ਮੈਂ ਤਾਂ ਆਪਣੀ ਗੱਲ ਕਹਿਤੀ ਕਿ ਅਸੀਂ ਤਾਂ ਲੈਂਗੁਏਜ ਤੋਂ ਮੈਂ ਆਪਣੀ ਗੱਲ ਕਰ ਰਿਹਾ ਫਿਰ ਕਿ ਕੋਸੋਂ ਦੂਰ ਹੈਗਾ ਤੇ I don't know what is still to almost everything to be learned yet ਤੇ ਅਸੀਂ ਤਾਂ ਕੁਝ ਜਾਣਦੇ ਹੀ ਨਹੀਂ ਹਜੇ but this has given us a cue ਕਿ where we are ਸਾਡਾ ਇੱਕ ਲੈਵਲ ਜਿਹੜਾ ਹੈ ਨਾ ਉਹ ਐਥਿਕ ਸੈੱਟ ਹੋ ਗਿਆ ਥੱਲੇ ਤੇ ਹੁਣ ਅਸੀਂ ਇਹ ਪਤਾ ਨਹੀਂ ਕਦ ਤੱਕ ਪਹੁੰਚਾਂਗੇ ਪਰ ਸ਼ੁਰੂ ਕਰ ਸਕਦੇ ਹਾਂ। हाँ गुरबाणी ग्रामर देखो असी स्वरणजीत सिंह जी ने उस दिन कहा सी भी ग्रामर ਦਾ ਸੈਸ਼ਨ ਹੋਣਾ ਚਾਹੀਦਾ। ਗੁਰਬਾਣੀ ਗ੍ਰਾਮਰ ਬਹੁਤ ਹੀ ਜ਼ਰੂਰੀ ਚੀਜ਼ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਭੈਣ ਜੀ ਨੇ ਵੀ ਦੱਸਿਆ ਆਪਣਾ ਗੁਰਵਿੰਦਰ ਸਿੰਘ ਜੀ ਨੇ ਵੀ ਦੱਸਿਆ ਗੁਰਬਾਣੀ ਗ੍ਰਾਮਰ ਦੇ ਬਗੈਰ ਤੁਸੀਂ ਦਵਾਈ ਖਾ ਰਹੇ ਹੋ ਪਰ ਤੁਸੀਂ ਨਿਯਮ ਨਹੀਂ ਪਾਲਨ ਕਰ ਰਹੇ ਨਿਯਮਾਂ ਦਾ ਪਾਲਨ ਨਹੀਂ ਕਰ ਰਹੇ ਦਵਾਈ ਅਸਰ ਕਰਦੀ ਜਾਏਗੀ। ਮੈਂ ਮਹਾਰਾਜ ਦੀ ਕਿਰਪਾ ਨਾਲ ਬਾਣੀ ਕਾਫੀ ਸਮੇਂ ਤੋਂ ਪੜ੍ਹ ਰਿਹਾ ਸੂਝ-ਬੂਝ ਸੀ। ਇੱਕ ਛੋਟੀ ਜਿਹੀ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਦਾ। I don't want to take more time. We want to end the session in limited time. 1984 ਦੀ ਗੱਲ ਹੈ 85 ਹੋਏਗਾ ਸ਼ਾਇਦ। ਮੈਨੂੰ ਇੱਕ ਗੁਰਸਿੱਖ ਮਿਲੇ ਜਿਨ੍ਹਾਂ ਦੀ ਉਮਰ ਮੇਰੇ ਨਾਲੋਂ ਉਸ ਟਾਈਮ ਘੱਟ ਤੋਂ ਘੱਟ 20 ਸਾਲ ਜ਼ਿਆਦਾ ਸੀ। ਮੈਨੂੰ ਪਤਾ ਉਹਨਾਂ ਦੀ ਦਾੜੀ ਦੇ ਵਾਲ ਚਿੱਟੇ ਸੀ ਤੇ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਦੇਖੋ ਸਾਡੇ ਗੁਰੂਆਂ ਨੇ ਕਿੰਨੀ ਨਿਮਰਤਾ ਵਰਤੀ ਹੈ। ਕੋਈ ਗੱਲ ਗੁਰਬਾਣੀ ਦੀ ਚੱਲ ਪਈ ਤੇ ਉਹਨਾਂ ਨੇ ਕਿਹਾ ਕਹਿੰਦੇ ਸਾਡੇ ਗੁਰੂਆਂ ਨੇ ਕਿੰਨੀ ਨਿਮਰਤਾ ਵਰਤੀ ਹੈ ਗਵਾਰ ਨੂੰ ਵੀ ਸ਼੍ਰੀ ਕਹਿ ਕੇ ਆਖਿਆ। ਬੜਾ ਹੈਰਾਨ ਹੋਇਆ ਮੈਂ ਕਿਹਾ ਵੀ ਇਹ ਗੱਲ ਤਾਂ ਜਪਜੀ ਸਾਹਿਬ ਦੀ ਕਰ ਰਹੇ ਆ ਤੇ ਮੈਂ ਤਾਂ ਇਹਨੂੰ ਹਮੇਸ਼ਾ ਸਿਰ ਗਵਾਰਾ ਗਵਾਰ ਪੜਦਾ ਰਿਹਾ। ਹਾਲੇ ਮੈਨੂੰ ਇਹ ਨਹੀਂ ਸੀ ਪਤਾ ਵੀ ਰਰੇ ਦੀ ਸਿਹਾਰੀ ਨੂੰ ਮਤਲਬ ਕੀ ਹੈ ਪਰ ਮੈਂ ਉਹਨੂੰ ਸ਼੍ਰੀ ਗਵਾਰ ਕਦੇ ਨਹੀਂ ਪੜਿਆ ਤੇ ਮੈਂ ਬੜਾ ਹੈਰਾਨ ਮੈਂ ਕਿਹਾ ਵੀ ਦੇਖੋ ਇਸ ਬੰਦੇ ਦੀ ਇੰਨੀ ਉਮਰ ਹੋ ਗਈ ਔਰ ਇਹਨੂੰ ਫੰਡਾਮੈਂਟਲ ਗਿਆਨ ਨਹੀਂ ਆਇਆ ਕਿ ਇਸ ਤੁਕ ਨੂੰ ਕਿਸ ਤਰ੍ਹਾਂ ਪੜਨਾ ਹੈ ਔਰ ਇਹਦਾ ਅਰਥ ਕੀ ਹੈ। ਉਹ ਇਹੀ ਕਹਿ ਰਿਹਾ ਸ਼੍ਰੀ ਗਾਵਾਰਾਂ ਗਾਵਾਰ ਮਹਾਰਾਜ ਕਹਿੰਦੇ ਸਿਰ ਗਾਵਾਰਾਂ ਗਾਵਾਰ। ਤੋ ਜੇ ਸਾਨੂੰ ਐਜ਼ ਅ ਗਰੁੱਪ ਫੰਡਾਮੈਂਟਲਸ ਆਫ ਗ੍ਰਾਮਰ ਮੈਂ ਨਹੀਂ ਕਹਿੰਦਾ ਅਸੀਂ ਗ੍ਰਾਮਰ ਦੇ ਮਾਸਟਰ ਬਣ ਜਾਈਏ ਪਰ ਫੰਡਾਮੈਂਟਲਸ ਆਫ ਗ੍ਰਾਮਰ ਜੇ ਅਸੀਂ ਆਪਣੇ ਆਪ ਵਿੱਚ ਸ਼ੇਅਰ ਕਰੀਏ ਤੇ ਉਸ ਤਰ੍ਹਾਂ ਦੀਆਂ ਗੁਸਤਾਖੀਆਂ ਸਾਡੇ ਕੋਲੋਂ ਨਹੀਂ ਆਉਣਗੀਆਂ। ਪਰਮਾਤਮਾ ਜਾਣੇ ਮਹਾਰਾਜ ਤੇ ਉਹਨਾਂ ਦੇ ਮਹਾਰਾਜ ਨੇ ਉਹਦੇ ਤੇ ਬਖਸ਼ਿਸ਼ ਕੀਤੀ ਕਿ ਨਹੀਂ ਉਹਦੀ ਦੇਹ ਛੱਡਣ ਤੋਂ ਪਹਿਲੇ ਪਰ ਮੈਨੂੰ ਉਹ ਵਾਕਿਆ 40 ਸਾਲ ਹੋ ਗਏ ਅੱਜ ਤੱਕ ਨਹੀਂ ਭੁੱਲਦਾ। ਬਿਲਕੁਲ ਬਿਲਕੁਲ ਕਿੰਨਾ ਰੈਲੇਵੈਂਟ ਕੁਐਸਚਨ ਸੀਗਾ ਸਵਰਨਜੀਤ ਜੀ ਦਾ ਵੀ ਕਿ ਨਾਨਕ ਵੀ ਕਿੰਨੇ ਤਰ੍ਹਾਂ ਆਖਿਆ ਗਿਆ ਹੋਏਗਾ ਬਾਣੀ ਵਿੱਚ
ਤੇ ਇਸ ਤਰ੍ਹਾਂ ਕਿੰਨੇ ਹੋਰ ਵਰਡਸ ਨਹੀਂ ਹੋਣਗੇ ਜਿਹੜੇ ਉਹ ਯਾਰ ਭੈਣ ਜੀ ਮਨਦੀਪ ਕੌਰ ਲਾਈਨ ਤੇ ਹੈ, ਭੈਣ ਜੀ ਨੂੰ ਕਹੋ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਹਾਂਜੀ ਭੈਣ ਜੀ, ਮੈਂ ਜਿਸ ਤਰ੍ਹਾਂ ਕਿਹਾ ਵੀ ਨਾਨਕ 4 ਤਰੀਕਿਆਂ ਨਾਲ ਵਰਤਿਆ ਗਿਆ ਹੈ। ਹਾਂਜੀ, ਯੂ ਐਗਰੀ? ਤੁਸੀਂ ਮੰਨਦੇ ਹੋ ਇਸ ਗੱਲ ਨੂੰ? ਬਿਲਕੁਲ ਬਿਲਕੁਲ। ਨਾਲੇ ਵੀਰ ਜੀ ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨੀ ਸੀ ਕਿ ਤੁਹਾਡੀਆਂ ਸਾਰੀਆਂ ਸਲਾਈਡ ਦੇਖ ਕੇ ਤੇ ਮੈਂ ਮਤਲਬ ਮੈਨੂੰ ਗ੍ਰਾਮਰ ਮੈਂ ਨਾਲ ਨਾਲ ਲਿਖਦੀ ਪਈ ਸੀ, ਨੋਟ ਕਰਦੀ ਪਈ ਸੀ, ਤੇ ਗ੍ਰਾਮਰ ਦੀ ਮੈਨੂੰ ਬਹੁਤ ਵਧੀਆ ਇੱਕ ਚੀਜ਼ ਦੀ ਸਮਝ ਆਈ ਹੈ। ਜਿਵੇਂ ਹੁਣ ਛੋਟੇ ਬੱਚਿਆਂ ਨੂੰ ਮੈਂ ਆਪਣੇ ਇਹਨਾਂ ਨੂੰ ਸਮਝਾਉਣਾ, ਬੱਚਿਆਂ ਨੂੰ, ਤਾਂ ਉਹਦੇ ਵਿੱਚ ਕੀ ਹੈ, ਜੇ ਆਪਾਂ ਇਹਨਾਂ ਕੁਝ ਸਮਝਾਵਾਂਗੇ ਤੇ ਇਹ ਬੋਰ ਹੋ ਜਾਣਗੇ। ਤੇ ਮੈਨੂੰ ਇਸ ਤਰ੍ਹਾਂ ਲੱਗਾ ਕਿ ਜਿਹੜਾ ਆਪਾਂ ਅੱਜ ਔਂਕੜ ਦੀ ਜਿਹੜੀ ਵਰਤੋਂ ਕਰਨੀ ਆ, ਔਂਕੜ ਦੀ ਕਿੱਥੇ ਕਰਨੀ ਆ ਤੇ ਕਿੱਥੇ ਨਹੀਂ, ਇਹਦੇ ਮੈਂ ਤੁਹਾਡੀ ਸਲਾਈਡ ਦੇਖ ਕੇ ਮਤਲਬ ਨਿਯਮ, ਜਿਵੇਂ ਇੱਕ ਹੈਗਾ ਜਿੱਥੇ ਪੁਲਿੰਗ ਹੋਵੇ ਤੇ ਇੱਕ ਵਚਨ ਹੋਵੇ। ਜਿਵੇਂ ਆਪਾਂ ਬੱਚੇ ਨੂੰ ਸਮਝਾਉਣਾ, ਆਪਾਂ ਪੰਕਤੀ ਪੜ੍ਹਦੇ ਆ, ਭਰੀਏ ਹੱਥ ਪੈਰ ਤਨ ਦੇ। ਇੱਥੇ ਹੁਣ ਜੇ ਆਪਾਂ ਕੁਛ ਵੀ ਨਹੀਂ, ਬੱਚੇ ਨੇ ਸਿੰਪਲ ਲਿਖ ਲਿਆ, ਹੁਣ ਆਪਾਂ ਉਹਨੂੰ ਕਵਾਂਗੇ ਇੱਥੇ ਯਾਦ ਰੱਖਣਾ ਮੇਰਾ ਤੇ ਮੇਰੀ। ਜਿੱਥੇ ਆ ਗਿਆ, ਜਿਵੇਂ ਹੁਣ ਹੱਥ, ਹੱਥ ਕੀ ਆ, ਹੱਥ ਮੇਰਾ, ਯਾਨੀ ਮੇਰਾ ਹੋ ਗਿਆ ਤੇ ਪੁਲਿੰਗ ਹੋ ਗਿਆ, ਇੱਕ ਵਚਨ ਹੋ ਗਿਆ। ਇਹਦਾ ਮਤਲਬ ਭਰੀਏ ਹੱਥ, ਹੱਥ ਦੇ ਥੱਲੇ ਔਂਕੜ ਆ ਗਿਆ। ਤੇ ਜੇ ਆਪਾਂ ਪੜ੍ਹਦੇ ਆ ਤਨ, ਤਨ ਮਤਲਬ ਮੇਰਾ, ਉਹ ਤਨ ਦੇ ਥੱਲੇ ਵੀ ਆਏਗਾ। ਤੇ ਦੇ, ਦੇ ਦਾ ਮਤਲਬ ਮੇਰੀ ਦੇ, ਉਹਦੇ ਥੱਲੇ ਫਿਰ ਜਿਹੜਾ ਉਹ ਇਸਤਰੀ ਲਿੰਗ ਹੋ ਗਿਆ, ਉਹਦੇ ਥੱਲੇ ਔਂਕੜ ਜਿਹੜਾ ਉਹ ਨਹੀਂ ਆਊਗਾ, ਨਹੀਂ ਆਏ। ਇੱਥੇ ਮੇਰੀ ਉਂਗਲੀ, ਹਾਂ, ਇੱਕ ਇਸਤਰੀ ਲਿੰਗ, ਇੱਕ ਬਹੁ ਵਚਨ ਹੋਵੇ, ਸੰਬੰਧਕ ਹੋਵੇ, ਤੇ ਇੱਕ ਜਿੱਥੇ ਸੰਬੋਧਨ ਕਰਕੇ ਬੁਲਾਇਆ ਹੋਵੇ, ਮਤਲਬ ਕਿਉਂਕਿ ਔਰ ਇੱਕ ਹੈਗਾ ਵੀਰ ਜੀ ਜਿਹੜਾ ਲੁਪਤ ਸੰਬੋਧਨ ਹੁੰਦਾ, ਜਿਵੇਂ ਗੁਰਸਿੱਖ, ਗੁਰਸਿੱਖ। ਹੁਣ ਜੇ ਆਪਾਂ ਨੂੰ ਕਿਸੇ ਨੂੰ ਸਮਝਾਉਣਾ ਹੋਵੇ ਗੁਰਸਿੱਖ, ਤੇ ਉਹ ਸਮਝਾਉਣ ਲਈ ਆਪਾਂ ਬੋਲਾਂਗੇ ਗੁਰੂ ਦੇ ਸਿੱਖ। ਜਿਹੜਾ ਉੱਥੇ ਦੇ ਆ ਗਿਆ ਉਹਦਾ ਮਤਲਬ ਉਹ ਲੁਪਤ ਸੰਬੋਧਕ ਆ ਗਿਆ, ਯਾਨੀ ਕਿ ਉਹ ਲੁਕਿਆ ਆਇਆ ਵਾ। ਪਰ ਉੱਥੇ ਜਿਹੜੀ ਆਪਾਂ ਇਹ ਦੇਖਣਾ ਵੀ ਉਹ ਵੀ 4 ਤਰ੍ਹਾਂ ਨਾਲ ਗੁਰਸਿੱਖ ਲਿਖਿਆ ਆਂਦਾ, ਵੀ ਉਹਨੂੰ ਕਿੱਥੇ ਔਂਕੜ ਲੱਗਣਾ ਤੇ ਕਿੱਥੇ ਨਹੀਂ ਲੱਗਣਾ। ਮਤਲਬ ਤੁਹਾਡੀ ਸਾਰੀ ਸਲਾਈਡ ਵੇਖ ਕੇ ਮੈਂ ਇੰਨਾ ਕੁ ਸੌਖਾ ਸੌਖਾ ਲਿਖ ਲਿਆ ਸਮਝਾਉਣ ਵਾਸਤੇ। ਤੇ ਬਹੁਤ ਬਹੁਤ ਧੰਨਵਾਦ, ਬਹੁਤ ਵਧੀਆ ਕਲਾਸ, ਬਹੁਤ ਵਧੀਆ ਸਮਝਾਇਆ। ਅਗੇਨ ਅਸੀਂ ਇੱਕ ਦੂਜੇ ਦੀ ਵਡਿਆਈ ਨਹੀਂ ਕਰਨਾ ਚਾਹੁੰਦੇ, ਡੋਂਟ ਮਿਸਅੰਡਰਸਟੈਂਡ ਜਿਹੜੇ ਦੂਜੇ ਪਾਰਟੀ, ਇਹਦੇ ਤੋਂ ਵੇਖ ਕੇ ਲਿਖਿਆ ਜੇ। ਪਰ ਮੈਂ ਦੂਜੇ ਪਾਰਟਿਸਿਪੈਂਟ ਵਾਸਤੇ ਗੱਲ ਕਰ ਰਿਹਾ ਕਿ ਮੇਰੀ ਭੈਣ ਜੀ ਨਾਲ ਗੱਲ ਚੱਲਦੀ ਰਹਿੰਦੀ ਹੈ। ਇੱਕ ਦਿਨ ਮੈਨੂੰ ਸ਼ੰਕਾ ਹੋ ਗਿਆ ਵੀ ਕਹੋ ਨਾਨਕ ਪੜ੍ਹਨਾ ਹੈ ਕਿ ਕਹ ਨਾਨਕ ਪੜ੍ਹਨਾ। ਸ਼ੇਅਰ ਕਰਦੇ ਹਾਂ, ਸਾਨੂੰ ਸਾਰਿਆਂ ਨੂੰ ਸਿੱਖਣ ਵਾਸਤੇ ਮਿਲੇਗਾ। ਸੋ ਮੈਨੂੰ ਸ਼ੰਕਾ ਹੋ ਗਿਆ ਵੀ ਇੱਥੇ ਹਾਹੇ ਦਾ ਔਂਕੜ ਬੋਲਿਆ ਜਾਏਗਾ ਕਿ ਨਹੀਂ ਬੋਲਿਆ ਜਾਏਗਾ। ਮੈਂ ਭੈਣ ਜੀ ਨੂੰ ਮੈਸੇਜ ਪਾਇਆ, ਵੌਇਸ ਮੈਸੇਜ WhatsApp ਤੇ। ਮੈਂ ਕਿਹਾ ਭੈਣ ਜੀ ਤੁਸੀਂ ਦੱਸੋ ਮੈਨੂੰ ਇੱਥੇ ਹਾਹੇ ਦਾ ਔਂਕੜ ਬੋਲਿਆ ਜਾਏਗਾ ਕਿ ਨਹੀਂ ਬੋਲਿਆ ਜਾਏਗਾ। ਇਹਨਾਂ ਨੇ ਵਿਚਾਰ ਕੀਤੀ, ਇਹਨਾਂ ਦੇ ਬ੍ਰਦਰ ਉੱਥੇ ਸੀਗੇ ਜਿਹੜੇ MA ਹੈ ਪੰਜਾਬੀ ਚ, ਉਹਨਾਂ ਨੇ ਗੱਲ ਕੀਤੀ ਮੇਰੇ ਨਾਲ। ਫਿਰ ਇਹਨਾਂ ਨੇ ਮੈਨੂੰ ਇੱਕ ਪਟਿਆਲੇ ਦਾ ਕਨੈਕਸ਼ਨ ਦਿੱਤਾ, ਘੱਗਾ ਸਾਹਿਬ ਦਾ ਪ੍ਰੋਫੈਸਰ ਹੈ ਉਹ ਪੰਜਾਬੀ ਦੇ। ਸਾਰੀਆਂ ਗੱਲਾਂ ਕਰ ਕਰਾ ਕੇ ਇਹ ਰਿਜ਼ਲਟ ਨਿਕਲਿਆ ਕਿ ਹਾਹੇ ਦਾ ਔਂਕੜ ਉੱਥੇ ਬੋਲਿਆ ਜਾਏਗਾ, ਕਹੋ ਨਾਨਕ ਬੋਲਿਆ ਜਾਏਗਾ, ਕਹ ਨਾਨਕ ਬੋਲਾਂਗੇ ਤੇ ਗਲਤ ਹੈ। ਸੋ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਨਾ ਅਸੀਂ ਆਪਸ ਵਿਚਾਰ ਕਰਕੇ ਕਲੈਰੀਫਾਈ ਕਰ ਸਕਦੇ ਹਾਂ। ਸੋ ਸ਼ੀ ਨੋਜ਼ ਟੂ ਮਚ, ਇਹਨਾਂ ਦਾ ਗਿਆਨ ਬਹੁਤ ਜ਼ਿਆਦਾ ਹੈ। ਅਸੀਂ ਇੱਕ ਦੂਜੇ ਨਾਲ ਵਟਾਂਦਰਾ ਕਰ ਸਕਦੇ ਹਾਂ। ਸੋ ਬਹੁਤ ਮਿਹਰਬਾਨੀ ਭੈਣ ਜੀ ਤੁਹਾਡੀ। ਹਾਂਜੀ, ਹੋਰ ਦੱਸੋ ਕੋਈ ਗੁਰਮੁਖੋ। ਵੀਰ ਜੀ ਮੇਰਾ ਇੱਕ ਕੁਐਸਚਨ ਹੈ। ਬੋਲੋ ਵੀਰ ਜੀ। ਮੈਂ ਬੋਲ ਸਕਦਾ? ਹਾਂਜੀ ਬੋਲੋ। ਹਾਂਜੀ ਤੁਸੀਂ ਬੋਲ ਰਹੇ ਸੀ ਪਹਿਲਾਂ। ਜਿਹੜੇ ਇਹ ਗੁਰੂ ਗ੍ਰੰਥ ਸਾਹਿਬ ਜਦੋਂ ਗੁਰੂ ਸਾਹਿਬ ਨੇ ਲਿਖਵਾਇਆ ਤੇ ਉਸ ਟਾਈਮ ਜਿਸ ਤਰ੍ਹਾਂ ਹੁਣ ਤੁਸੀਂ ਦੱਸ ਰਹੇ ਹੋ ਨਾ ਕਿ ਬਾਣੀ ਦਾ ਅਗਰ ਆਪਾਂ ਗਲਤ ਜਗ੍ਹਾ ਤੇ ਵਿਸ਼ਰਾਮ ਲਗਾ ਦਈਏ ਜਾਂ ਤੇ ਮਤਲਬ ਹੀ ਸਾਰਾ ਚੇਂਜ ਹੋ ਜਾਂਦਾ। ਗੁਰੂ ਸਾਹਿਬ ਨੇ ਕਿਉਂ ਨਹੀਂ ਉਸ ਟਾਈਮ ਇਹ ਸਾਰੇ ਵਿਸ਼ਰਾਮ ਵਗੈਰਾ ਜਿਹੜੇ ਲਗਵਾਣੇ ਸੀ ਲਗਵਾਏ? ਦੇਖੋ ਇਹਦਾ ਜਿੰਨਾ ਮੈਂ ਸਮਝ ਸਕਦਾ, ਇਹਦੇ ਬਾਰੇ ਮੈਂ ਕੋਈ ਪੜ੍ਹਾਈ ਨਹੀਂ ਕੀਤੀ ਔਰ ਨਾ ਹੀ ਕਿਸੇ ਨੇ ਇਸ ਚੀਜ਼ ਨੂੰ ਕਿਸੇ ਵਿਆਕਰਨ ਦੀ ਕਿਤਾਬ ਤੇ ਲਿਖ ਕੇ ਦੱਸਿਆ ਵੀ ਕਿਉਂ ਨਹੀਂ ਲਗਾਏ। ਪਰ ਜਿਹੜੀਆਂ ਬੀੜਾਂ ਉਦੋਂ ਸੀ ਉਹ ਬੀੜਾਂ ਪਦ ਛੇਦ ਨਹੀਂ ਸੀ, ਉਹ ਬੀੜਾਂ ਇਕੱਠੇ ਲਫ਼ਜ਼ ਸੀ। ਉਹਨਾਂ ਬੰਦਿਆਂ ਦੀ ਸੂਝ-ਬੂਝ ਬਹੁਤ ਜ਼ਿਆਦਾ ਸੀ। ਉਹਨਾਂ ਨੂੰ ਇਸ ਚੀਜ਼ ਦਾ ਗਿਆਨ ਆਰਾਮ ਨਾਲ ਹੋ ਜਾਂਦਾ ਸੀ ਕਿ ਵੀ ਲਫ਼ਜ਼ ਕਿੱਥੇ ਤੋੜਨਾ ਹੈ।
ਹੁਣ ਜਦੋਂ ਬੀੜਾਂ ਪਦ ਛੇਦ ਬਣੀਆਂ, ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹ 100% ਕਰੈਕਟ ਬਣੀਆਂ। ਉਹ ਬੀੜਾਂ 100% ਕਰੈਕਟ, ਖਿਮਾ ਕਰਿਓ, ਮੈਨੂੰ नहीं लगता कि वो 100% करैक्शन है। क्यों? क्योंकि कुछ ऐसे लफज हैं जेड़े पदछेद हैं पर वो इकट्ठे करके पढ़िए ते मीनिंग सही दिंदे हैं। सो इस वास्ते जेड़े विद्वान सीगे जिस तरह ज्ञानी हरबंस सिंह, उन्होंने अपने टीके विच विश्राम लाए हैं। होर किसी का टीका मैनू हाले तक नजर नहीं आया जिन्हें अर्ध विश्राम लाए हों। प्रोफैसर साहब सिंह ने अपने टीके च अर्ध विश्राम नहीं लाए। दूजे होर भाई वीर सिंह जी ने भी अपने जिहड़े संथियां लिखियां उन्हां च अर्ध विश्राम नहीं लाए। सो अर्ध विश्राम लाना, दमदमे टकसाल दी बाणी सुनो, संथियां सुनो उन्हां दी, उत्थों ज्ञान हुंदा है किस तरह अर्ध विश्राम लगणगे। होर 2-3 संस्थावां हैगियां जिहड़ियां दसदियां भी वो ये नहीं कहंदे अर्ध विश्राम कित्थे लगेगा, पर वो सुना के दस दिंदे हैं भी पॉज कित्थे आना है। बाकी गुरविंदर सिंह जी साडे थोड़ा ज्ञान पा सकते हैं इस गल ते। बड़ी मेहरबानी वीर जी। वाहिगुरू जी का खालसा वाहिगुरू जी की फतेह जी। पहली गल ते अज तुसी बहुत ही बरीकी में जाके बड़ी अच्छी एक शुरुआत, तुसी एक बेस बनाया वा साडा सारियां दा ध्यान गुरबाणी और व्याकरण दी किन्नी इहदे विच महानता वा इहदे वल गया सारियां दा। ते मैं कुछ गल्लां साझियां करनियां चाहुंदा। जिद्दां वीर जी हुणां दा एक सवाल सीगा ते साडा भी एक सवाल हुंदा है, जदों आम सानू अक्सर इह सवालां दा सामना करना पैंदा है। फिर जदों सानू कोई सवाल पुछदा ते असीं उहनूं अगेन सवाल कर दिंदे आ भी तुसीं साडे सवाल दा जवाब दो, सतगुरु साहब जी टीका क्यों नहीं कीता, वो अर्थ भी करके जा सकदे सीगे ते उन्हां ने फिर सतगुरु जी ने अर्थ क्यों ना शुद्ध कर दिते। ते वो फिर इस गल्लों उन्हां को कोई जवाब नहीं हुंदा भी अगर वो असीं कहने भी सतगुरु विश्राम ला के जा सकदे सी या लघा मात्रा विच संक्षेप गैप दे के जा सकदे सी, ते फिर यह भी सवाल बनता भी वो अर्थ भी करके जा सकते सन। पर सतगुरु ने कहा सी बाणी अगर गुरु साहब अर्थ कर जाते वो एक सीमित हो जाने सीगे भी लकीर ते फकीर हो जाने सीगे, साडी मजाल नहीं सी होनी भी असीं ओहदे अर्थां नूं बदल सकदे। पर एक गुरबाणी दी अपने आप विच वडियाई हैगी है भी इहदे विच जिन्ना कोई खोज करेगा, जिन्ना भी इहदे विच चुब्भी मारेगा, अथाह सागर है, उन्नी वध स्टडी करके सोनी। बल्कि गुरु ने तो कहा सी गुरबाणी दा अर्थ ही सिख दा जीवन है, शब्दां नाल नहीं। इहदे जीवे होए जीवन विचों गुरबाणी दे अर्थ समझने होणगे। प्रैक्टिकली जदों कोई बंदा जीवन देखदा है ना, वो सानूं इदां सानूं एकदम पता लग जाता है कि आ बंदा बाणी नूं हंडा रहा है, बाणी नूं जीण वाला वा, इहने समझिया अर्थ। दूसरी गल जिहड़ी नानक दे औंकड़ वाली चलदी पई है, तुसीं जपजी साहिब दा पाठ करो, कल नूं सारे जणे ध्यान नाल करियो, तुहानूं एक गल दा पता लगेगा जपजी साहिब विच नानक शब्द कितनी बार आया है, पर उस टोटल उन्हां विचों 2 नानक ने जिन्हां दे नाल औंकड़ आई है, बाकी किते भी नानक दे नाम दे नाल कोई मात्रा नहीं आई है। केवल 2 थावां ते संपूर्ण जपजी साहिब दे विच औंकड़ आया वा, बाकी नानक उथे कक्का मुक्ता है, कोई ओनू मात्रा नहीं है। इहदे जिवें जिवें वीर जी अगे क्लास लैणगे उवें उवें दी व्याख्या करनगे। मैं वीर जी तो एक सवाल पूछना चाहूंगा, मेरा अपना एक डाउट है पर्सनली। एक शुरुआत सी पंक्ति सी गुण कामन का मन करे तो प्यारे को पावे, उत्थे असीं पहले कामन दा अर्थ की करांगे? पहली कामन दा अर्थ जिस तरह मैं तुहानू दस्सिया है कि गुण कामन दा अर्थ एक्चुअली हैगा जादू टोना जी। गुणा दा जादू टोना, गुणा दी तवीज, जिस तरह मुसलमान या हिंदू अपने गले च तवीज पा लेंदे ना, वो बुराइयां नूं छड्ड दिंदी है, बुराइयां हटा दिंदी है, भूत प्रेत नूं दूर कर दिंदी है। ते जिन्ने भी अर्थ मैं पढ़े हैं उन्हां च यही है कि भी जे कामन इस्त्री अपने प्रीतम दी मिलन दी चाहवान इस्त्री गुणा दी तावीज अपने गले च पा ले, गले च नहीं भी धागा बन के पा लेनी है, मन च पा ले, जे उन्होंने ग्रहण कर ले जी। देखो लेट्स टेक द केस ऑफ वर्ल्डली अलायंस। असी दुनियावी तौर ते औरत आदमी औरत पति और पत्नी दे रिश्ते नूं वेखिए, जे पत्नी दे गुण पत्नी जाहिर करदी है
ਤੇ ਉਹ ਪਤੀ ਨੂੰ ਜ਼ਿਆਦਾ ਛੇਤੀ ਆਪਣੇ ਵੱਲ ਖਿੱਚ ਲੈਂਦੀ ਹੈ ਜੀ। ਉਹਨੂੰ ਪਤਾ ਵੀ ਜੇ ਮੈਂ ਇਹਦੇ ਨਾਲ ਖਿੱਚਦੀ ਰਹੀ ਤੇ ਸਾਡੀ ਬਣਨੀ ਨਹੀਂ ਜੀ। ਬਿਲਕੁਲ। ਉਹ ਪ੍ਰੇਮ ਨਾਲ ਗੱਲ ਕਰਦੀ ਹੈ, ਰੋਟੀ ਸੋਹਣੀ ਬਣਾਉਂਦੀ ਹੈ, ਸਾਫ ਸਫਾਈ ਰੱਖਦੀ, ਕੱਪੜੇ ਦੇ ਦਿੰਦੀ, ਉਹਨੇ ਆਫਿਸ ਜਾਣਾ ਹੋਏ ਬਟੂਆ ਫੜਾ ਦਿੰਦੀ, ਸਾਰੇ ਕੰਮ ਕਰਦੀ ਹੈ ਨਾ ਜੀ। ਇਹ ਦੁਨਿਆਵੀ ਗੁਣ ਹੈ। ਬਿਲਕੁਲ। ਦੇ ਹੀ ਗੁਣ ਜੇ ਅਸੀਂ ਪ੍ਰਭੂ ਪਰਮਾਤਮਾ ਦੀ ਤਾਂਘ ਵਾਲੀਆਂ ਇਸਤਰੀਆਂ ਆਪਣੇ ਮਨ ਵਿੱਚ ਗ੍ਰਹਿਣ ਕਰ ਲਈਏ, ਉਹਨਾਂ ਦੀ ਤਾਵੀਜ਼ ਆਪਣੇ ਗਲੇ ਵਿੱਚ ਪਾ ਲਈਏ ਤੇ ਪ੍ਰੀਤਮ ਨੂੰ ਮਿਲਣ ਦੇ ਰਸਤੇ ਤੇ ਤੁਰ ਪਵਾਂਗੇ। ਇਹ ਹੈ ਮੇਰਾ ਅਰਥ ਪਹਿਲੇ ਕਾਮਣ ਦਾ। ਹਾਂ, ਨਹੀਂ ਬਿਲਕੁਲ ਠੀਕ ਹੈ। ਸੋ ਮਤਲਬ ਤੁਸੀਂ ਉਹਦਾ ਬੇਸਿਕਲੀ ਜੋ ਉਹਦਾ ਕਾਮਣ ਦਾ ਕਰਦੇ ਹੋ, ਤਾਵੀਜ਼ ਕਰਦੇ ਹੋ, ਮੇਰੀ ਤਾਵੀਜ਼ ਮਤਲਬ ਗੁਣਾ ਦੀ ਤਾਵੀਜ਼ ਕਰਦੇ ਹੋ, ਫੈਮਿਨਿਨ ਨਾਉਨ ਬਣਾਉਂਦੇ ਹੋ ਉਹਨੂੰ, ਫੈਮਿਨਿਨ ਨਾਉਨ। ਹਾਂਜੀ, ਐਗਜ਼ੈਕਟਲੀ, ਦੋਨੋਂ ਨਾਉਨ ਹੈ ਔਰ ਦੋਨੋਂ ਸੰਸਕ੍ਰਿਤ ਤੋਂ ਲਏ ਹੈ ਜੀ। ਤੁਸੀਂ ਉਹਨੂੰ ਮਸਕੂਲਰ ਨਾਉਨ ਨਹੀਂ ਬਣਾ ਰਹੇ। ਨਹੀਂ, ਗੁਣਾ ਦੀ ਤਾਵੀਜ਼ ਹੈ, ਕਿਉਂਕਿ ਇੱਕ ਵਰਡ ਹੋ ਜਾਂਦਾ ਹੈ ਪਰ ਹੈ ਗੁਣਾ ਦੀ। ਜੀ ਬਿਲਕੁਲ, ਉਹ ਮੈਂ ਸਮਝ ਗਿਆ। ਹਾਂ, ਕਿਉਂਕਿ ਅਸੀਂ ਜਾਦੂ ਟੋਣਾ ਕਰਾਂਗੇ ਤੇ ਆਈ ਥਿੰਕ ਉਹ ਫਿਰ ਮਸਕੂਲਰ ਵਿੱਚ ਆ ਜਾਏਗਾ, ਪਰ ਤੁਹਾਡਾ ਤਾਬੀਜ਼ ਉਹਦਾ ਐਗਜ਼ੈਕਟਲੀ ਪੁਆਇੰਟ ਕਹਿਣਾ ਉਹ ਤਾਂ ਉਹ ਮੁਕਤਾ ਹੋ ਜਾਂਦਾ ਵਾ। ਤੇ ਮੇਰੀ ਬੜੀ ਵੱਡੀ ਕਲੀਅਰ ਹੋਇਆ ਮੈਨੂੰ ਆਪਣੇ ਆਪ ਨੂੰ ਵੀ ਅਸੀਂ ਉਹਨੂੰ ਜਾਦੂ ਟੋਣਾ ਕਰਾਂਗੇ ਫਿਰ ਹੋ ਜਾਏਗਾ ਨਾਉਨ, ਮਸਕੂਲਰ ਨਾਉਨ ਵਿੱਚ ਆ ਜਾਏਗਾ, ਫਿਰ ਉਹਦੇ ਥੱਲੇ ਔਂਕੜਾਂ ਨੂੰ ਲਾਣਾ ਪਏਗਾ। ਪਰ ਜਦੋਂ ਸਿਰਫ ਫੈਮਿਨਿਨ ਨਾਉਨ ਕਹਾਂਗੇ ਤਾਂ ਇਹ ਬਹੁਤ ਵੱਡੀ ਅੱਜ ਕਲੀਅਰ ਹੋਈ ਹੈ। ਤੇ ਥੈਂਕ ਯੂ ਤੁਹਾਡਾ, ਥੈਂਕ ਯੂ। ਪਲੀਜ਼ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀਗੇ, ਤੁਸੀਂ ਹੱਥ ਖੜਾ ਕੀਤਾ ਸੀ, ਪਲੀਜ਼ ਸ਼ੇਅਰ ਕਰੋ ਜੀ। ਗੁਰਵਿੰਦਰ ਸਿੰਘ ਜੀ ਇਮਤਿਹਾਨ ਲੈ ਰਹੇ ਆ, ਪਰ ਥੈਂਕ ਯੂ ਗੁਰਵਿੰਦਰ, ਥੈਂਕ ਯੂ। ਨਹੀਂ ਪਲੀਜ਼ ਨਹੀਂ, ਮੈਂ ਆਪਣਾ ਡਾਊਟ ਇੱਕ ਵਾਰ ਚੰਗੀ ਤਰ੍ਹਾਂ ਐਕਸਪਲੇਨ ਕਰਵਾਉਣਾ ਚਾਹੁੰਦਾ ਸੀ। ਮੈਂ ਇਮਤਿਹਾਨ ਨਹੀਂ ਲੈ ਸਕਦਾ ਸੀ ਤੇ ਮੈਂ ਆਪਣਾ ਡਾਊਟ ਕਲੀਅਰ ਕਰਵਾ ਰਿਹਾ ਸੀਗਾ। ਸਿੱਖ ਮਿਸ਼ਨਰੀ ਕਾਲਜ ਦੇ ਪੜ੍ਹੇ ਬੰਦੇ, ਮੈਂ ਤੁਹਾਨੂੰ ਕੀ ਦੱਸਾਂ। ਹੱਥ ਜੋੜਿਆ ਜੀ, ਇੱਕ ਦੋ ਇੱਕ ਚੜ੍ਹਨ ਵਾਲੀ ਗੱਲ ਹੈ ਜੀ। ਥੈਂਕ ਯੂ। ਤੁਸੀਂ ਕੁਝ ਦੱਸਣਾ ਚਾਹੁੰਦੇ ਸੀਗੇ ਜੀ? ਗੁਰਜੀਤ ਸਿੰਘ ਦਾ ਸਵਾਲ ਸੀ, ਗੁਰਜੀਤ ਸਿੰਘ ਜੀ ਨੇ ਸਵਾਲ ਕੀਤਾ ਸੀ ਕਿ ਵੀ ਮਹਾਰਾਜ ਅਰਧ ਵਿਸ਼ਰਾਮ ਕਿਉਂ ਨਾ ਲਾ ਕੇ ਗਏ। ਜੀ ਬਿਲਕੁਲ, ਉਹਨਾਂ ਨੂੰ ਹੋਰ ਥੋੜਾ ਸੰਖੇਪ ਦੱਸਦਾ। ਮੈਨੂੰ ਪਤਾ ਟਾਈਮ ਥੋੜਾ ਜ਼ਿਆਦਾ ਹੋ ਰਿਹਾ, ਪਰ ਟੌਪਿਕ ਅੱਛਾ ਹੈ, ਸੋਹਣਾ ਹੈ, ਤਾਂ ਬਿਲਕੁਲ ਜੀ ਵਿਸ਼ਲੇਸ਼ਣ ਕਰ ਹੀ ਲਈਏ। ਗੁਰਬਾਣੀ ਦੀ ਤੁਕ ਆਂਦੀ ਹੈ, ਜੀਵ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ। ਇੱਕ ਦੂਜੀ ਤੁਕ ਆਂਦੀ ਹੈ ਗੁਰਬਾਣੀ ਦੀ, ਬਿਨ ਬੋਲਿਆ ਸਭ ਕਿਸ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਹੁਣ ਜੇ ਅਸੀਂ ਦੋਨਾਂ ਤੁਕਾਂ ਨੂੰ ਆਮਣੇ ਸਾਹਮਣੇ ਰੱਖ ਲਈਏ, ਇੱਕ ਪਾਸੇ ਮਹਾਰਾਜ ਕਹਿ ਰਹੇ ਹਨ ਜੀ ਕੀ ਬਿਰਥਾ ਸੋ ਗੁਰ ਪੈ ਅਰਦਾਸ ਕਰ, ਦੂਜੇ ਪਾਸੇ ਮਹਾਰਾਜ ਕਹਿੰਦੇ ਹਨ ਬਿਨ ਬੋਲਿਆ ਸਭ ਕੁਝ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਹੁਣ ਇਹ ਦੋਨੋਂ ਤੁਕਾਂ ਜੇ ਗਿਆਨਹੀਨ ਗਿਆਨੀ ਬੰਦਾ, ਜਿਹਨੂੰ ਗਿਆਨ ਨਹੀਂ ਹੈਗਾ, ਉਹ ਇਹ ਤੁਕਾਂ ਪੜੇਗਾ, ਉਹ ਕਹੇਗਾ ਯਾਰ ਇੱਕ ਪਾਸੇ ਇਹ ਕਿਹਾ, ਇੱਕ ਪਾਸੇ ਇਹ ਕਿਹਾ, ਇਹ ਤਾਂ ਕੰਟਰਾਡਿਕਸ਼ਨ ਹੈ। ਇਹ ਕੰਟਰਾਡਿਕਸ਼ਨ ਨਹੀਂ ਹੈ, ਇਹ ਅਵਸਥਾ ਦੀ ਗੱਲ ਹੈ। ਜਿਹੜਾ ਬੰਦਾ ਜਿਹੜੀ ਅਵਸਥਾ ਵਿੱਚ ਹੈ, ਉਹ ਹਰੇਕ ਦੋਨਾਂ ਤੁਕਾਂ ਦਾ ਆਪਣਾ ਭਾਉ ਦਾ ਮਤਲਬ ਜਿਹੜਾ ਉਹਨੂੰ ਸੂਟ ਕਰਦਾ ਹੈ ਉਹ ਕੱਢ ਲਏਗਾ। ਕੇਜੀ ਵਾਲਾ ਜੀਵ ਕੀ ਬਿਰਥਾ ਸੋ ਗੁਰ ਪੈ ਅਰਦਾਸ ਕਰ, ਉਹਨੂੰ ਫਾਲੋ ਕਰੇਗਾ। ਜਿਹੜੀ ਅਵਸਥਾ ਉੱਪਰ ਹੋ ਗਈ, ਬ੍ਰਹਮ ਗਿਆਨੀ ਹੋ ਗਿਆ, ਉਹ ਕਹਿੰਦਾ ਮੈਨੂੰ ਅਰਦਾਸ ਕਰਨ ਦੀ ਕੀ ਲੋੜ ਹੈ, ਬਿਨ ਬੋਲਿਆ ਸਭ ਕੁਝ ਜਾਣਦਾ, ਮੈਂ ਕਿਉਂ ਅਰਦਾਸ ਕਰਾਂ, ਮੇਰਾ ਸਭ ਕੁਝ ਤੂੰ ਜਾਣਦਾ ਬਾਬੇ, ਮੈਂ ਕਿਉਂ ਤੈਨੂੰ ਤੰਗ ਕਰਾਂ, ਮੇਰਾ ਤਾਂ ਤੂੰ ਸਾਰਾ ਕੁਝ ਕਰ ਰਿਹਾ। ਭਗਤ ਧੰਨਾ ਕਹਿੰਦਾ ਉਹ ਦੇਖ ਹੁਣ ਹਲ ਵਾਹ ਰਿਹਾ। ਬਾਹਮਣ ਨੇ ਪੁੱਛਿਆ ਧੰਨਾ ਜੀ ਨੂੰ ਕਿ ਕਿਸ ਤਰ੍ਹਾਂ ਠਾਕੁਰ ਤੇਰਾ, ਕਹਿੰਦਾ ਹਲ ਵਾਹ ਰਿਹਾ, ਖੇਤੀ ਕਰ ਰਿਹਾ, ਸਭ ਕੁਝ ਕਰ ਰਿਹਾ। ਸੋ ਧੰਨਾ ਜੀ ਦੀ ਅਵਸਥਾ ਅਲੱਗ ਹੋ ਗਈ ਸੀ, ਉਹਨੂੰ ਅਰਦਾਸ ਕਰਨ ਦੀ ਲੋੜ ਹੀ ਨਹੀਂ ਉਹਨਾਂ ਨੂੰ। ਸੋ ਗੁਰਜੀਤ ਸਿੰਘ ਜੀ ਨੂੰ ਮੇਰੀ ਬੇਨਤੀ ਹੈ ਕਿ ਬਾਣੀ ਪ੍ਰਭ ਕੀ ਸਭ ਕੋ ਬੋਲਾ। ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅਰਥ ਕਰਕੇ ਜੇ ਮਹਾਰਾਜ ਚਲੇ ਜਾਂਦੇ ਤੇ ਫਿਰ ਬਾਈਂਡ ਹੋ ਜਾਂਦਾ, ਪਰ ਬਾਣੀ ਹੈ ਅਥਾਹ ਸਮੁੰਦਰ। ਇੱਥੇ ਕੇਜੀ ਵਾਲਾ ਸਟੂਡੈਂਟ ਵੀ ਸਿੱਖੇਗਾ ਔਰ ਬ੍ਰਹਮ ਗਿਆਨੀ ਵੀ ਸਿੱਖੇਗਾ। So that is what I wanted to extend to my clarification to him. That's all. Thank you ਵੀਰ ਜੀ। ਤੇ ਸਾਧ ਸੰਗਤ ਹੋਰ ਕੋਈ ਉਪਰਾਲਾ ਹੋਵੇ, ਕੋਈ ਸੁਜੈਸ਼ਨ ਹੋਵੇ ਤੇ ਪਲੀਜ਼ ਆਪਣੇ ਨਾਲ ਸ਼ੇਅਰ ਕਰੋ, ਤਾਂ ਕਿ ਅਸੀਂ ਇਸ ਨੂੰ ਬਹੁਤ ਹੀ ਇੱਕ ਅਦਭੁਤ ਤਰੀਕੇ ਦੇ ਨਾਲ
ਜਿਹੜੀ ਬਾਣੀ ਅਦਭੁਤ ਹੈਗੀ ਹੈ ਤੇ ਹੁਣ ਉਸੇ ਤਰੀਕੇ ਨਾਲ ਅਸੀਂ ਸਮਝਣ ਦੀ ਕੋਸ਼ਿਸ਼ ਕਰੀਏ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਸਵਰਨ ਜੀ, ਸਿੰਘਵੀਰ ਜੀ ਔਰ ਹਰਬੰਸ ਜੀ, ਸਾਰੇ ਮੈਂ ਨਾਂ ਸਾਰਿਆਂ ਦੇ ਨਹੀਂ ਦੁਬਾਰਾ ਲੈਣਾ ਚਾਹੁੰਦਾ, ਲੇਕਿਨ ਜੋ ਇਹ ਇੰਟੈਲੈਕਚੁਅਲ ਕਲਾਸ ਲੱਗ ਰਹੀ ਹੈ ਵਾਕਈ ਇੱਕ ਆਨੰਦ ਆ ਰਿਹਾ ਹੈ ਔਰ ਅਸੀਂ ਆਸਤਾ ਆਸਤਾ ਕਰਕੇ ਅਸੀਂ ਉੱਥੇ ਤੱਕ ਮੰਜ਼ਿਲ ਤੱਕ ਜ਼ਰੂਰ ਪਹੁੰਚਾਂਗੇ। ਉਹ ਜਿਸ ਤਰ੍ਹਾਂ ਮਨਜੀਤ ਜੀ ਨੇ ਕਿਹਾ ਕਿ ਭਾਈ ਉਹ ਸਾਰਾ ਬਿਨ ਬੋਲੇ ਸਭ ਕੁਝ ਜਾਣਦਾ, ਉਹ ਵੀ ਸਟੇਜ ਹੈਗੀ ਹੈ ਤੇ ਹੁਣ ਸਾਡੀ ਹੈਗੀ ਕਿ ਅਰਦਾਸ ਕਰੀ ਪ੍ਰਭ ਆਪਣੇ ਆਗੇ, ਹੁਣ ਸੁਣ ਸੁਣ ਜੀਵਾਂ ਤੇਰੀ ਬਾਣੀ। ਆਓ ਅਸੀਂ ਅਰਦਾਸ ਕਰੀਏ ਕਿ ਤੇਰੀ ਬਾਣੀ ਨਾਲ ਅਸੀਂ ਜੁੜੀਏ ਤਾਂ ਕਿ ਐਸੀ ਸਟੇਜ ਵੀ ਸਾਡੇ ਆ ਜਾਏ ਕਿ ਜਿਸ ਤਰ੍ਹਾਂ ਮਨਜੀਤ ਜੀ ਕਹਿੰਦੇ ਹਨ ਉੱਥੇ ਤੱਕ ਵੀ ਅਸੀਂ ਪਹੁੰਚ ਪਾਈਏ। ਬਹੁਤ ਬਹੁਤ ਧੰਨਵਾਦ ਸਾਧ ਸੰਗਤ ਦਾ। ਸਾਰੇ ਅਨਮਿਊਟ ਕਰ ਲਓ ਤਾਂ ਕਿ ਅਸੀਂ ਸਾਰੇ ਗੁਰੂ ਦੀ ਫਤਿਹ ਬੁਲਾਈਏ ਔਰ ਆਨੰਦ ਨਾਲ ਫਿਰ ਅਸੀਂ ਆਪਣੇ ਆਪਣੇ ਕਾਰੋਬਾਰ 'ਚ ਲੱਗੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੀ ਬੋਲੇ ਸੋਨਿਆ ਸ੍ਰੀ ਅਕਾਲ।